जिथे कदे एक बुक हुंदी सी कॉलेज जाण नूं स्कूल जाण नूं, जिस हत्थ दे विच एक बुक हुंदी सी, उस बुक की जगह जिहड़ी AK-47 ने ले ली, असाल्टां ने ले ली। ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ 37 ਹੋਰ ਗੁਰਦਾਂ ਦੇ ਅਟੈਕ ਹੋਏ ਨੇਗੇ, ਉਸ ਤੋਂ ਬਾਅਦ ਹਰੇਕ ਹੀ ਨੌਜਵਾਨ ਦੇ ਵਿੱਚ ਸਰਕਾਰਾਂ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀਗਾ। ਕੁਝ ਕੁ ਸਾਡੇ ਹੀ ਗਲਤ ਲੀਡਰ ਇਹੋ ਜਿਹੇ ਸੀਗੇ, ਉਹਨਾਂ ਦੀ ਗਲਤ ਨੀਤੀਆਂ ਕਰਕੇ ਜਦੋਂ ਇੰਦਰਾ ਗਾਂਧੀ ਸਰਕਾਰ ਨੇ ਉਹਨਾਂ ਦੀ ਪੱਗਾਂ ਨੂੰ ਹੱਥ ਪਾਇਆ, ਉਹਨਾਂ ਦੇ ਦਾੜੇ ਨੂੰ ਹੱਥ ਪਾਇਆ, ਉਹਨੂੰ ਦੇਖ ਕੇ ਹੀ ਅਸੀਂ ਹਥਿਆਰ ਚੁੱਕੇ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਹੋ ਜਾਂਦੀ ਹੈ। ਉਸ ਤੋਂ ਬਾਅਦ ਬਲਜੀਤ ਸਿੰਘ ਭਾਊ ਦੀ ਸ਼ੁਰੂਆਤ ਜਿਹੜੀ ਹੈ ਇਸ ਮੂਵਮੈਂਟ ਦੇ ਵਿੱਚ ਕਦੋਂ ਹੁੰਦੀ ਆ? ਮੈਂ ਭਾਈ ਸਾਹਿਬ ਇਹ ਯੋਗਦਾਨ 91 ਤੋਂ ਪਾਉਣਾ ਸ਼ੁਰੂ ਕਰਤਾ ਸੀ, ਜਦੋਂ ਮੈਂ ਕਾਲਜ 'ਚ ਐਡਮਿਸ਼ਨ ਲਈ ਹੈ। ਚੜ੍ਹਦੀ ਜਵਾਨੀ BA ਫਸਟ ਈਅਰ 'ਚ, ਤਾਂ ਉਹ ਪਟਿਆਲੇ ਮੇਰੇ ਨਾਲ ਫਿਰ ਬੱਬਰਾਂ ਦਾ ਆਉਣ ਜਾਣ ਸ਼ੁਰੂ ਹੋ ਗਿਆ ਸੀਗਾ ਮਹਿੰਦਰਾ ਕਾਲਜ 'ਚ। PS ਗਿੱਲ ਜਿਹਨੂੰ ਨੌਜਵਾਨ ਜਾਂ ਤੁਹਾਡੇ ਵਰਗੇ ਜੁਝਾਰੂ ਜਿਹੜੇ ਨੇ ਪੰਜਾਬ ਦਾ ਬੁੱਚੜ ਕਿਹਾ ਜਾਂਦਾ ਹੈ, ਉਹਨਾਂ ਦੇ ਭਤੀਜੇ ਦੀ ਤੁਹਾਡੀ ਨੇੜਤਾ ਉਹਨਾਂ ਨਾਲ? ਅਸੀਂ ਹਮਾਇਤ, ਉਹ ਬਹੁਤ ਸ਼ਰੀਫ ਬੰਦਾ ਗਾ, ਚਲੋ ਰਿਸ਼ਤੇਦਾਰੀ ਅਲੱਗ ਚੀਜ਼ ਹੈ, ਉਹ ਗੱਲ ਨਹੀਂ। ਕਹਿਣ ਦਾ ਮਤਲਬ ਤਕਰੀਬਨ ਉੱਥੇ ਖੜਗੂ ਸਿੰਘਾਂ ਦੀ ਪਨਾਹ ਰਹੀ ਹੈ, ਕਿਉਂਕਿ ਕਾਰਨ ਦੋ ਹੁੰਦੇ ਸੀ। ਇੱਕ ਸਨਮਾਨਯੋਗ ਕੈਪਟਨ ਦਾ ਬੇਟਾ ਬਲਜੀਤ ਸਿੰਘ ਉਸੇ ਦੇਸ਼ ਦੇ ਖਿਲਾਫ, ਆਪਣੇ ਖਾਸ ਤੌਰ ਤੇ ਉਸ ਆਰਮੀ ਦੇ ਖਿਲਾਫ ਹਥਿਆਰ ਚੱਕਦਾ। ਬਲਜੀਤ ਸਿੰਘ ਭਾਊ ਨੇ ਅਜਿਹਾ ਕੀ ਦੇਖ ਲਿਆ ਕਿ 2 ਸਾਲ ਦੇ ਵਕਫੇ ਤੋਂ ਬਾਅਦ ਹੀ ਪੁਲਿਸ ਦਾ ਰਿਜ਼ਾਈਨ ਜਿਹੜਾ ਪਾ ਕੇ ਇਸ ਪਾਸੇ? ਮਹਿਕਮੇ 'ਚ ਤੁਸੀਂ ਚਲੇ ਗਏ, ਮੰਨ ਲਓ ਇੱਕ ਤਾਂ ਹੁੰਦਾ ਵੀ ਆਪਾਂ ਮਹਿਕਮੇ ਚਲੇ ਗਏ, ਵੀ ਨਾਲ ਦੇ ਬਹੁਤ ਸਾਥੀ ਨੇ ਤੁਹਾਨੂੰ, ਜਿਹੜੇ ਅਫਸਰ ਨੇ ਤੁਹਾਡੇ, ਕੋਈ ਗਾਈਡ ਕਰੂਗਾ, ਕੋਈ ਕੁਛ ਕਰੂਗਾ। ਉਸ ਟਾਈਮ ਦਾ ਪੁਲਿਸ ਦਾ ਜਿਹੜਾ ਰਵੱਈਆ ਉਹ ਹੈ ਬਹੁਤ ਖਤਰਨਾਕ ਸੀਗਾ। ਇਹੋ ਜਿਹੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਸੀਗਾ। ਪਹਿਲਾਂ ਖਾੜਕੂ ਕਹਿ ਕੇ ਨੌਜਵਾਨ ਮੁਕਾ ਦਿੱਤੇ ਗਏ, ਅੱਜ ਕੱਲ੍ਹ ਉਹੀ ਖੇਡ ਜਿਹੜੀ ਆ ਨੌਜਵਾਨਾਂ ਦੇ ਨਾਲ ਗੈਂਗਸਟਰ ਸ਼ਬਦ ਯੂਜ਼ ਕਰਕੇ ਚੱਲ ਰਹੀ। ਖਾਸ ਕਰਕੇ ਆਪਾਂ ਪਿੱਛੇ ਜੈਪੁਰ ਭੁੱਲਰ ਦਾ ਹੀ ਦੇਖ ਲਓ, ਸਪੋਰਟਸਮੈਨ ਸੀ ਇੱਕ ਦੋ ਕੰਮ ਚਲੋ ਉਹਨੇ ਕਰਤੇ, ਮੁੰਡਿਆਂ ਨਾਲ ਰਹਿ ਕੇ, ਮੁੜ ਕੇ ਇਹੋ ਜਿਹਾ ਹਾਈਲਾਈਟ ਹੋਇਆ ਉਹ, ਤੇ ਅਖੀਰ 'ਚ ਗੋਲੀ ਨਾਲ ਮਰਨਾ ਪਿਆ ਉਹਨੂੰ, ਜਦੋਂ ਕਿ ਉਹਦਾ ਬਾਪ ਇੰਸਪੈਕਟਰ ਸੀਗਾ। ਸੋ ਇਹੋ ਜਿਹੇ ਬਹੁਤ ਨੌਜਵਾਨ ਆ। ਕੁਲਵੀਰ ਨਰਵਾਣਾ ਪਿੱਛੇ ਮਾਰਿਆ ਹੈਗਾ, ਹੁਣ ਸਮਾਜ ਸੇਵੀ ਦੇ ਕੰਮ ਕਰਦਾ ਸੀਗਾ, ਉਹ ਨਾਲ ਦਾ ਜਿਹੜਾ 15 ਸਾਲ ਰਿਹਾ ਉਸੇ ਨੇ ਗੋਲੀ ਮਾਰਤੀ। ਸੋ ਆਹ ਗੱਲ ਗਲਤ ਹੈ ਜੀ ਬਹੁਤ ਜ਼ਿਆਦਾ ਨੌਜਵਾਨਾਂ ਪ੍ਰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਈਡ ਪੰਜਾਬ TV ਤੇ ਦੋਸਤਾਂ ਮਿੱਤਰਾਂ ਸੱਜਣਾਂ ਦਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਇੱਕ ਸਿਆਣੇ ਬਜ਼ੁਰਗਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਬੱਚਾ ਪੰਜਾਬ ਦੇ ਵਿੱਚ ਜਨਮ ਲੈ ਲੈਂਦਾ, ਪੰਜਾਬ ਦੀ ਇਸ ਮਹਾਨ ਧਰਤੀ 'ਤੇ, ਪਾਕ ਪਵਿੱਤਰ ਧਰਤੀ 'ਤੇ ਕਿਸੇ ਬੱਚੇ ਦਾ ਜਨਮ ਹੋ ਜਾਂਦਾ ਤਾਂ ਉਸ ਨੂੰ ਗੁੜਤੀ ਜਿਹੜੀ ਆ ਸੰਘਰਸ਼ਾਂ ਦੀ ਮਿਲ ਜਾਂਦੀ ਆ। ਉਸ ਬੱਚੇ ਦਾ ਜਨਮ ਤੋਂ ਹੀ ਜਿਹੜਾ ਹੈ ਪੰਜਾਬ ਦੇ ਹੱਕਾਂ ਦੇ ਲਈ, ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੇ ਲਈ ਉਹਨਾਂ ਨੂੰ ਸੰਘਰਸ਼ ਜਿਹੜਾ ਸ਼ੁਰੂ ਤੋਂ ਕਰਨਾ ਪੈ ਜਾਂਦਾ ਹੈ। ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਆ, ਕਿਉਂਕਿ ਪੁਰਾਣੇ ਸਮਿਆਂ ਦਾ ਇਤਿਹਾਸ ਪੰਜਾਬ ਦਾ ਫੋਲ ਕੇ ਦੇਖ ਲਈਏ, ਹਮੇਸ਼ਾ ਤੋਂ ਹੀ ਪੰਜਾਬ ਦੇ ਸੰਘਰਸ਼ੀ ਲੋਕ ਜਿਹੜੇ ਨੇ ਆਪਣੇ ਹੱਕ ਲੈਣ ਦੇ ਲਈ ਹਥਿਆਰਬੰਦ ਸੰਘਰਸ਼ 'ਚ ਇਹ ਹਮੇਸ਼ਾ ਤੋਂ ਕਰਦੇ ਰਹੇ ਨੇ। ਅੱਜ ਦੇ ਸਮੇਂ ਦਾ ਗੱਲ ਕਰੀਏ ਤਾਂ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਆਪਾਂ ਸਭ ਜਾਣਦੇ ਹਾਂ ਕਿ ਸ਼ਾਂਤਮਈ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈ। 1978 ਦੇ ਵਿੱਚ ਇੱਕ ਘਟਨਾ ਹੋ ਜਾਂਦੀ ਆ ਅਜੋਕੇ ਪੰਜਾਬ ਦੇ ਵਿੱਚ, ਗੱਲ ਕਰਦੇ ਹਾਂ ਕਿ ਨਿਰੰਕਾਰੀ ਕਾਂਡ ਦੇ ਵਿੱਚ 13 ਸਿੰਘ ਜਿਹੜੇ ਨੇ ਸ਼ਹੀਦ ਹੋ ਜਾਂਦੇ ਨੇ, ਜਿਸ ਦੇ ਬਾਅਦ ਪੰਜਾਬ ਦੇ ਮਾਹੌਲ ਦੇ ਵਿੱਚ ਇੱਕਦਮ ਅੱਗ ਲੱਗਦੀ ਆ। ਪੰਜਾਬ ਦੇ ਨੌਜਵਾਨ ਜਿਹੜੇ ਨੇ ਇੱਕਦਮ ਹਥਿਆਰਬੰਦ ਸੰਘਰਸ਼ ਦਾ ਐਲਾਨ ਜਿਹੜਾ ਹੈ ਭਾਰਤ ਸਰਕਾਰ ਦੇ ਖਿਲਾਫ ਕਰ ਦਿੰਦੇ ਨੇ। ਉਹ ਮੂਵਮੈਂਟ ਉਤਰਾਵ ਚੜਾਵ ਬਹੁਤ ਆਉਂਦੇ ਨੇ। 1995-96 ਤੱਕ ਮੂਵਮੈਂਟ ਪੂਰੇ ਸਿਖਰਾਂ 'ਤੇ ਚੱਲਦੀ, ਉਸ ਤੋਂ ਬਾਅਦ ਇੱਕਦਮ ਜਿਹੜੀ ਮੂਵਮੈਂਟ ਖਤਮ ਹੋ ਜਾਂਦੀ। ਹਜ਼ਾਰਾਂ ਲੱਖਾਂ ਨੌਜਵਾਨ ਜਾਮੇ ਸ਼ਹਾਦਤ ਉਸ ਮੂਵਮੈਂਟ ਦੇ ਵਿੱਚ ਪੀ ਜਾਂਦੇ ਨੇ, ਪਰ ਕਾਫੀ ਨੌਜਵਾਨ ਇੱਦਾਂ ਦੇ ਨੇ ਜਿਹੜੇ ਉਸ ਮੂਵਮੈਂਟ ਦੇ ਵਿੱਚੋਂ ਚੜ੍ਹਦੀ ਕਲਾ ਦੇ ਵਿੱਚ ਸਹੀ ਸਲਾਮਤ ਆਪਣੀਆਂ ਜੇਲ੍ਹ ਸਜ਼ਾਵਾਂ ਪੂਰੀਆਂ ਕਰਕੇ ਵਾਪਸ ਆ ਜਾਂਦੇ ਨੇ, ਬਾਹਰ ਆਮ ਜੀਵਨ ਆਪਣਾ ਬਤੀਤ ਕਰਦੇ ਨੇ। ਸਾਡੇ ਨਾਲ ਇੱਕ ਐਸਾ ਸ਼ਖਸੀਅਤ ਅੱਜ ਮੌਜੂਦ ਨੇ ਜਿਹੜੇ ਉਸ ਮੂਵਮੈਂਟ ਦੇ ਵਿੱਚ ਲੰਬਾ ਸਮਾਂ ਵਿਚਰੇ, ਲੰਮਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ। ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ ਉਹਨਾਂ ਨੇ, ਕਹਿੰਦੇ ਨੇ ਕਿ ਮੈਨੂੰ ਸੇਵਾ ਕਰਨ ਦਾ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ ਮੌਕਾ ਮਿਲਿਆ। ਬਲਜੀਤ ਸਿੰਘ ਭਾਊ ਨੇ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ, ਅਤੇ ਫਿਰ
ਗੱਲਬਾਤ ਕਰਾਂਗੇ ਕਿ ਆਖਰ ਇੱਕ ਪੜ੍ਹੀ ਲਿਖੀ ਸ਼ਖਸੀਅਤ ਨੂੰ ਐਸਾ ਕੀ ਭਾਣਾ ਵਾਪਰਿਆ ਕਿ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਜਿਹੜਾ ਹੈ ਆਪਣੇ ਹੀ ਦੇਸ਼ ਦੀ ਸਰਕਾਰ ਦੇ ਖਿਲਾਫ ਚਲਾਉਣਾ ਪਿਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਜੀ, ਗੱਲ ਮੈਂ ਕੀਤੀ ਕਿ ਹਥਿਆਰਬੰਦ ਸੰਘਰਸ਼ ਆਪਣੀ ਸਰਕਾਰ ਦੇ ਖਿਲਾਫ ਚਲਾਉਣਾ ਪੈ ਗਿਆ। ਕੀ ਅਜਿਹੇ ਹਾਲਾਤ ਹੋ ਗਏ ਕਿ ਬਲਜੀਤ ਸਿੰਘ ਭਾਊ ਵਰਗੇ ਸੂਝਵਾਨ ਨੌਜਵਾਨ ਨੂੰ ਹਥਿਆਰਬੰਦ ਸੰਘਰਸ਼ ਜਿਹੜਾ ਚੱਕਣਾ ਪੈ ਗਿਆ, ਜਿੱਥੇ ਕਦੇ ਇੱਕ ਬੁੱਕ ਹੁੰਦੀ ਸੀ ਕਾਲਜ ਜਾਣ ਨੂੰ, ਸਕੂਲ ਜਾਣ ਨੂੰ, ਜਿਸ ਹੱਥ ਦੇ ਵਿੱਚ ਇੱਕ ਬੁੱਕ ਹੁੰਦੀ ਸੀ, ਉਸ ਬੁੱਕ ਦੀ ਜਗ੍ਹਾ ਜਿਹੜੀ AK-47 ਨੇ ਲੈ ਲਈ, ਅਸਾਲਟਾਂ ਨੇ ਲੈ ਲਈ। ਦੇਖੋ ਭਾਈ ਸਾਹਿਬ, ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਦੇ 37 ਹੋਰ ਗੁਰਦਾਂ ਦੇ ਅਟੈਕ ਹੋਏ ਨੇਗੇ, ਉਸ ਤੋਂ ਬਾਅਦ ਹਰੇਕ ਹੀ ਨੌਜਵਾਨ ਦੇ ਵਿੱਚ ਸਰਕਾਰਾਂ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀਗਾ। ਉਸ ਟਾਈਮ ਬਹੁਤ ਜ਼ਿਆਦਾ ਕੋਈ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ, ਉਹ ਸਭ ਕੁਛ ਛੱਡ ਕੇ ਉਹਨਾਂ ਨੇ ਹਥਿਆਰਬੰਦ ਸੰਘਰਸ਼ ਨੂੰ ਚੁਣਿਆ ਨੌਜਵਾਨਾਂ ਨੇ। ਕੁਛ ਕੁ ਸਾਡੇ ਹੀ ਗਲਤ ਲੀਡਰ ਇਹੋ ਜਿਹੇ ਸੀਗੇ, ਉਹਨਾਂ ਦੀ ਗਲਤ ਨੀਤੀਆਂ ਕਰਕੇ ਜਦੋਂ ਇੰਦਰਾ ਗਾਂਧੀ ਸਰਕਾਰ ਨੇ ਉਹਨਾਂ ਦੀ ਪੱਗਾਂ ਨੂੰ ਹੱਥ ਪਾਇਆ, ਉਹਨਾਂ ਦੇ ਦਾੜੇ ਨੂੰ ਹੱਥ ਪਾਇਆ, ਉਹਨੂੰ ਦੇਖ ਕੇ ਹੀ ਅਸੀਂ ਹਥਿਆਰ ਚੁੱਕੇ। ਮੇਰੇ ਵਰਗੀ ਹੋਰ ਲੱਖਾਂ ਨੌਜਵਾਨ ਨੇ ਜਿਨ੍ਹਾਂ ਨੇ ਇਸੇ ਤਰ੍ਹਾਂ ਹਥਿਆਰ ਚੁੱਕੇ। ਇਹੀ ਇੱਥੋਂ ਸਾਡਾ ਕਾਰਨ ਹੈ ਜੀ, ਮੇਨ ਹਥਿਆਰ ਚੁੱਕਣ ਦਾ। ਨੌਜਵਾਨਾਂ ਦੇ ਵਿੱਚ ਗੁੱਸਾ ਸੀ। 84 ਦੀ ਤੁਸੀਂ ਨੇ ਗੱਲ ਕੀਤੀ ਕਿ 37 ਗੁਰੂ ਘਰਾਂ ਦੇ ਵਿੱਚ ਜਿਹੜੇ ਨੇ ਹੋਰ ਅਟੈਕ ਹੋਏ, ਸਾਡੇ ਬੇਦੋਸ਼ੇ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋ ਜਾਂਦੀ ਆ। ਉਸ ਤੋਂ ਬਾਅਦ ਬਲਜੀਤ ਸਿੰਘ ਭਾਊ ਦੀ ਸ਼ੁਰੂਆਤ ਜਿਹੜੀ ਹੈ ਇਸ ਮੂਵਮੈਂਟ ਦੇ ਵਿੱਚ ਕਦੋਂ ਹੁੰਦੀ ਆ, ਕਦੋਂ ਉਹ ਮੂਵਮੈਂਟ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆ ਪਾਉਣਾ ਸ਼ੁਰੂ ਕਰ ਦਿੰਦੇ? ਮੈਂ ਭਾਈ ਸਾਹਿਬ ਇਹ ਯੋਗਦਾਨ 91 ਤੋਂ ਪਾਉਣਾ ਸ਼ੁਰੂ ਕਰਤਾ ਸੀ, ਜਦੋਂ ਮੈਂ ਕਾਲਜ 'ਚ ਐਡਮਿਸ਼ਨ ਲਈ ਹੈ। ਚੜ੍ਹਦੀ ਜਵਾਨੀ BA ਫਸਟ ਈਅਰ 'ਚ। ਉਦੋਂ ਮੇਰੀ ਕਿਸੇ ਬਠਿੰਡੇ ਜਾਂ ਕੋਈ ਸੱਜਣ ਮਿੱਤਰ ਨਾਲ ਹੀ ਨੇੜਤਾ ਕਾਫੀ ਸੀਗੀ। ਬਠਿੰਡੇ ਉਦੋਂ ਬੱਬਰਾਂ ਦਾ ਗੜ੍ਹ ਸੀ ਕਾਫੀ, ਅਤੇ ਉਸ ਟਾਈਮ ਉੱਥੋਂ ਦਾ ਏਰੀਆ ਕਮਾਂਡਰ ਸੀ ਸਰਬਜੀਤ ਪਤਲੀ। ਉਹਨਾਂ ਨਾਲ ਮੇਰੇ ਵਧੀਆ ਮਿੱਤਰਤਾ ਬਣ ਗਈ। ਮੈਂ ਦਾੜੀ ਕੇਸ ਸ਼ੁਰੂ ਤੋਂ ਕਦੇ ਕਟਾਏ ਨਹੀਂ ਗੇ। ਸ਼ੁਰੂ ਤੋਂ ਮਤਲਬ ਅੰਮ੍ਰਿਤਧਾਰੀ ਗੁਰਸਿੱਖ? ਮੈਂ ਅੰਮ੍ਰਿਤ ਤਾਂ ਨਹੀਂ ਛਕਿਆ, ਮੈਂ ਮਤਲਬ ਕੀ ਕਹਿਣਾ, ਮਤਲਬ ਦਾੜੀ ਕੇਸ ਨਹੀਂ ਕਦੇ ਕਟਾਈ। ਹਾਂਜੀ, ਤਾਂ ਉਹਨਾਂ ਨੇ ਮੈਨੂੰ ਇੱਕ ਵਿਆਹ ਫੰਕਸ਼ਨ 'ਚ ਅਸੀਂ ਇਕੱਠੇ ਹੋਏ, ਉੱਥੋਂ ਮੇਰੀ ਮੁਲਾਕਾਤ ਹੋ ਗਈ। ਕਹਿੰਦੇ ਕਿੱਥੇ ਪੜ੍ਹਦਾ? ਮੈਂ ਜੀ ਪਟਿਆਲੇ। 91 ਦੀ ਗੱਲ ਕਰ? 91 ਦੀ। ਤਾਂ ਉਹ ਪਟਿਆਲੇ ਮੇਰੇ ਨਾਲ ਫਿਰ ਬੱਬਰਾਂ ਦਾ ਆਉਣ ਜਾਣ ਸ਼ੁਰੂ ਹੋ ਗਿਆ ਸੀਗਾ ਮਹਿੰਦਰਾ ਕਾਲਜ 'ਚ। ਮੈਂ ਮਹਿੰਦਰਾ ਕਾਲਜ ਹੋਸਟਲ 'ਚ ਸੀਗਾ, ਉਹਨਾਂ ਨੂੰ ਵੀ ਪਨਾਹ ਚਾਹੀਦੀ ਸੀਗੀ। ਮੇਰੇ ਕੋਲ ਬਹੁਤ ਲੰਬਾ ਟਾਈਮ ਆਉਂਦੇ ਰਹੇ ਨੇਗੇ। ਗਮਦੂਰ ਸਿੰਘ ਬੱਬਰ ਹੋ ਗਿਆ, ਸਰਬਜੀਤ ਪਤਲੀ ਹੋ ਗਿਆ ਜੀ, ਅਤੇ ਰੇਸ਼ਮ ਥਾਂਦੇ ਉਨੀ ਹੋ ਗਏ ਤਕਰੀਬਨ। ਚੜ੍ਹਦੀ ਕਲਾ ਵਾਲੇ ਸਿੰਘ ਜਿੰਨੇ ਨੇ ਉਹ ਤੁਹਾਡੇ ਕੋਲ ਜਿਹੜੇ ਪਨਾਹ ਲੈਂਦੇ? ਹਾਂਜੀ। ਉਸ ਤੋਂ ਬਾਅਦ ਜਦੋਂ ਇਲੈਕਸ਼ਨ ਹੋਈ ਹੈ ਜੀ 92 'ਚ, ਉਦੋਂ ਸਾਡਾ ਲੁਧਿਆਣੇ ਦੇ ਵਿੱਚ ਸੀਗਾ ਡਿੱਕੀ ਗਿੱਲ ਬਾਈ, ਉਹ KPS ਗਿੱਲ ਦਾ ਭਤੀਜਾ ਸੀਗਾ। ਹਾਂਜੀ, ਸਿੱਖਾਂ ਦਾ ਬਾਈਕਾਟ ਸੀਗਾ, ਅਤੇ ਉਹਨੇ PA ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਉਹ, ਅਤੇ ਨੌਜਵਾਨਾਂ ਨੇ ਹੁਣ ਚੱਕ ਕੇ ਇਲੈਕਸ਼ਨ 'ਚ ਖੜ੍ਹੇ ਕਰਤਾ ਵੀ ਬਾਈ ਜੀ ਤੁਸੀਂ ਇਲੈਕਸ਼ਨ 'ਚ ਖੜ੍ਹੇ ਹੋ। KPS ਗਿੱਲ ਜਿਹਨੂੰ ਨੌਜਵਾਨ ਜਾਂ ਤੁਹਾਡੇ ਵਰਗੇ ਜੁਝਾਰੂ ਜਿਹੜੇ ਨੇ ਪੰਜਾਬ ਦਾ ਬੁੱਚੜ ਕਿਹਾ ਜਾਂਦਾ ਹੈ, ਉਹਨਾਂ ਦੇ ਭਤੀਜੇ ਦੀ ਤੁਹਾਡੀ ਨੇੜਤਾ ਉਹਨਾਂ ਨਾਲ? ਅਸੀਂ ਹਮਾਇਤ, ਉਹ ਬਹੁਤ ਸ਼ਰੀਫ ਬੰਦਾ ਗਾ। ਚਲੋ ਰਿਸ਼ਤੇਦਾਰੀ ਅਲੱਗ ਚੀਜ਼ ਹੈ, ਉਹ ਗੱਲ ਨਹੀਂ। ਕਹਿਣ ਦਾ ਮਤਲਬ ਤਕਰੀਬਨ ਉੱਥੇ ਖਾੜਕੂ ਸਿੰਘਾਂ ਦੀ ਪਨਾਹ ਰਹੀ ਹੈ, ਕਿਉਂਕਿ ਕਾਰਨ ਦੋ ਹੁੰਦੇ ਸੀ। ਇੱਕ ਤਾਂ ਐਡੇ ਪਰਿਵਾਰ ਦੇ ਵਿੱਚ ਕੋਈ ਪੁਲਿਸ ਦੇ ਰੇਗ ਨਹੀਂ ਕਰਦੀ ਸੀਗੀ ਵੀ ਕੌਣ ਆ ਰਿਹਾ ਕੌਣ ਜਾ ਰਿਹਾ। ਅਤੇ ਜਦੋਂ ਉਹ ਹਰਨਾਮ ਦਾਸ ਜੋਰ ਦੇ ਖਿਲਾਫ ਇਲੈਕਸ਼ਨ ਖੜ੍ਹੇ ਸੀਗੇ, ਜਦੋਂ ਜਿਹੜਾ ਸਿੱਖਿਆ ਮੰਤਰੀ ਬਣਿਆ ਬੇਅੰਤ ਉਹਦੇ 'ਚ ਸਰਕਾਰ 'ਚ, ਤਾਂ ਉੱਥੇ ਮੇਰੀ ਹੋਰ ਜ਼ਿਆਦਾ ਸਿੰਘਾਂ ਨਾਲ ਉੱਥੇ ਨੇੜਤਾ ਹੋਈ। ਜਦੋਂ ਅਸੀਂ ਇਕੱਠੇ ਇਲੈਕਸ਼ਨ 'ਚ ਕੰਮ ਕੀਤਾ, ਉਦੋਂ ਭਾਈ ਗੁਰਜੰਟ ਸਿੰਘ ਸੀ ਬੁੰਦ ਸਿੰਘ ਵਾਲੇ, ਅਤੇ ਰੇਸ਼ਮ ਥਾਂਦੇ ਹੋ ਗਏ, ਨਿਸ਼ਾਨ ਸਿੰਘ ਮਖੂ ਹੋ ਗਏ, ਜਿਹੜੇ ਇਹੋ ਜਿਹੇ ਮੇਨ ਬੰਦੇ ਸੀਗੇ ਮਾਲਵਾ ਬੈਲਟ ਦੇ। ਉੱਥੇ ਉਹਨਾਂ ਨਾਲ ਫਿਰ ਨੇੜਤਾ ਹੋਈ ਮੇਰੇ ਜ਼ਿਆਦਾ। ਉਹ ਬਾਅਦ ਤਕਰੀਬਨ ਸ਼ਹੀਦ ਹੋ ਕੇ ਬਾਅਦ ਸ਼ਹੀਦੀਆਂ ਪ੍ਰਾਪਤ ਕਰ ਗਏ ਸੀਗੇ, ਕਿਉਂਕਿ ਉਸ ਟਾਈਮ ਵਾਂਟਡ ਸੀ ਉਹ। ਕਿਸੇ ਦੇ 20 ਲੱਖ ਨਾਮ ਸੀ, ਕਿਸੇ ਦੇ 25 ਸੀਗਾ। ਅਤੇ 92 ਤੋਂ ਬਾਅਦ ਜਦੋਂ ਬੇਅੰਤ ਸਿੰਘ ਸਰਕਾਰ ਬਣੀ ਹੈ, ਉਦੋਂ ਹੀ ਖਾੜਕੂ ਚੁਣ ਕੇ ਮਾਰਨੇ ਪੁਲਿਸ ਨੇ ਸ਼ੁਰੂ ਕਰਤੇ ਸੀਗੇ, ਜਿਨ੍ਹਾਂ 'ਚ ਸਾਰੇ, ਹਾਂ, ਉਸ ਟਾਈਮ ਸਾਰੇ ਮੁੰਡੇ ਸ਼ਹੀਦ ਹੋ ਚੁੱਕੇ ਸੀਗੇ ਜੀ। ਅਤੇ ਭਾਈ ਸਾਹਿਬ, ਅਕਸਰ ਸਰਕਾਰਾਂ ਵੱਲੋਂ ਜਾਂ ਖਾੜਕੂ ਲਹਿਰ ਦੇ ਵਿਰੋਧੀਆਂ ਵੱਲੋਂ ਸਵਾਲ ਉਠਾਏ ਜਾਂਦੇ ਨੇ ਕਿ ਪੈਸੇ ਦੇ ਲਈ ਮੂਵਮੈਂਟ ਚੁਣੀ, ਜਾਂ ਗਰੀਬ ਘਰਾਂ ਦੇ ਬੱਚਿਆਂ ਨੇ, ਗਰੀਬ ਘਰਾਂ ਦੇ ਨੌਜਵਾਨਾਂ ਨੇ ਮੂਵਮੈਂਟ ਦੇ ਵਿੱਚ ਜਿਹੜਾ ਪੈਸੇ ਕਮਾਉਣ ਦੇ ਲਈ ਹਥਿਆਰ ਚੱਕੇ ਸਰਕਾਰ ਦੇ ਖਿਲਾਫ ਜਿਹੜਾ ਐਲਾਨੇ ਜੰਗ ਕਰ ਦਿੱਤਾ। ਬਲਜੀਤ ਸਿੰਘ ਭਾਊ ਦਾ ਬੈਕਗਰਾਊਂਡ ਕੀ ਕਹਿੰਦਾ ਹੈ? ਪਰਿਵਾਰ ਕਿੱਥੋਂ ਨਾਲ ਸੰਬੰਧਿਤ ਰੱਖਦਾ? ਬਲਜੀਤ ਸਿੰਘ ਭਾਊ ਦਾ ਬਚਪਨ ਜਿਹੜਾ ਹੈ ਕਿੱਥੇ ਬੀਤਦਾ? ਦੇਖੋ ਭਾਈ ਸਾਹਿਬ, ਪਹਿਲੀ ਗੱਲ ਤਾਂ ਪੈਸੇ ਨਾਲ ਤਾਂ ਕੋਈ ਨਹੀਂ ਚੱਲਦਾ ਹੁੰਦਾ ਇਸ ਲਾਈਨ ਦੇ ਵਿੱਚ। ਇਹ ਤਾਂ ਆਪਣੀ ਦਿਲੋਂ ਭਾਵਨਾ ਚਾਹੀਦੀ ਹੈ। ਪਰਿਵਾਰ ਮੇਰਾ, ਦੇਖੋ ਮੇਰਾ ਪਿੰਡ ਇੱਥੇ ਕੁਰਲੀ ਪੈਂਦਾ ਗਾ ਜੀ, ਆਪਣਾ ਡੇਰਾਬੱਸੀ ਤਹਿਸੀਲ ਹੈ ਸਾਡੀ, ਝਰਮਣੀ ਸਾਡੀ ਪੋਸਟ ਆਫਿਸ ਹੈ। ਮੇਰਾ ਬਰਥ ਇੱਥੋਂ ਦਾ,
5 ਸਾਲ ਦਾ ਸੀਗਾ, ਮਦਰ ਦੀ ਡੈਥ ਹੋ ਗਈ। ਫਿਰ ਮੈਂ ਨਾਨਕੇ ਪੜ੍ਹਿਆਗਾ। ਨਾਨਕੇ ਮੇਰੇ ਇਸਲਾਮਪੁਰ ਪਿੰਡ ਰਾਜਪੁਰੇ ਦੇ ਕੋਲ ਨੇ। 8ਵੀਂ ਤੱਕ ਮੈਂ ਉੱਥੇ ਹੀ ਪੜ੍ਹਿਆਗਾ। ਉਸ ਤੋਂ ਬਾਅਦ ਪਟਿਆਲੇ ਗਿਆ। ਪਰਿਵਾਰ ਮੇਰਾ ਫੌਜ 'ਚ, ਮੇਰੇ ਫਾਦਰ ਸਾਹਿਬ ਫੌਜ 'ਚ ਸੀਗੇ, ਕੈਪਟਨ ਰਿਟਾਇਰ ਨੇ। ਮਤਲਬ ਹਾਂਜੀ ਹਾਂਜੀ। ਸੋ ਪਰਿਵਾਰ ਵੱਲੋਂ ਕੋਈ ਇਹੋ ਜਿਹਾ ਇਹ ਤਾਂ ਹੈ ਨਹੀਂ ਸੀ, ਨਾ ਮੈਂ ਕਦੇ ਪੈਸਾ ਦਿੱਤਾ ਨਾ ਲਿਆ ਗਾ। ਸੋ ਪਹਿਲਾਂ +2 ਤੱਕ ਤਾਂ ਹਰੇਕ ਹੀ ਬੰਦਾ ਪਰਿਵਾਰ 'ਤੇ ਡਿਪੈਂਡ ਹੁੰਦਾ ਗਾ, ਹੈ ਨਾ। ਉਸ ਤੋਂ ਬਾਅਦ ਤਕਰੀਬਨ ਜਿਵੇਂ ਪਟਿਆਲੇ ਜਿਵੇਂ ਕੋਈ ਸਾਈਕਲ ਸਟੈਂਡ ਦਾ ਠੇਕਾ ਲੈ ਲਿਆ, ਕੋਈ ਐ ਪਾਰਟਨਰਸ਼ਿਪ ਕਰਕੇ ਉੱਥੋਂ ਖਰਚਾ ਪਾਣੀ ਚੱਲੀ। ਕੰਮਕਾਰ ਜਿਹੜੇ ਨੇ ਤੁਸੀਂ ਕਰਨ ਲੱਗ ਪਏ, ਕਿਉਂਕਿ ਫਿਰ ਦੂਜੀ ਖਾੜਕੂ ਸਿੰਘਾਂ ਦੀ ਪਨਾਹ ਹੋ ਗਈ, ਉਹਨਾਂ ਨਾਲ ਮਿਲ ਵਰਤਣ ਹੋ ਗਏ ਬਹੁਤ ਜ਼ਿਆਦਾ। ਫਿਰ ਹੋਰ ਸੋਚ ਸਮਝ ਕੇ ਚੱਲਣਾ ਪੈਂਦਾ ਗਾ। ਪਹਿਲਾਂ ਜਿਵੇਂ ਲੜਾਈ ਝਗੜਿਆਂ 'ਚ ਕੰਮ ਕੁਮ ਕਰ ਲੈਂਦੇ ਸੀਗੇ, ਫਿਰ ਉਸ ਤੋਂ ਬਾਅਦ ਬਹੁਤ ਸੰਭਲ ਕੇ ਚੱਲਣਾ ਪਿਆ ਵੀ ਮੰਨ ਲਓ ਮੈਂ ਲੜਾਈ ਕਰਕੇ ਆ ਜਾਂ, ਪਿੱਛੋਂ ਪੁਲਿਸ ਰੇਡ ਮਾਰੇ, ਉੱਥੇ ਕੋਈ ਖਾੜਕੂ ਸਿੰਘ ਹੋਵੇ, ਹੈ ਨਾ। ਉਹ ਚੀਜ਼ ਨਾਲ ਫਿਰ ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਜੀ। ਹਾਂਜੀ। ਤੇ ਭਾਈ ਸਾਹਿਬ ਜੀ, ਗੱਲ ਤੁਹਾਡੇ ਪਿਤਾ ਜੀ ਦੀ ਤੁਸੀਂ ਦੱਸਿਆ ਕਿ ਕੈਪਟਨ ਦਾ ਇੱਕ ਬਹੁਤ ਸਨਮਾਨਿਤ ਅਹੁਦਾ ਇੱਕ ਹੁੰਦਾ ਆਰਮੀ ਦੇ ਵਿੱਚ। ਪਿਤਾ ਜੀ ਤਾਂ ਸਹੁੰ ਖਾ ਰਹੇ ਨੇ ਕਿ ਮੈਂ ਦੇਸ਼ ਦੀ ਏਕਤਾ ਅਖੰਡਤਾ ਨੂੰ ਜਿਹੜਾ ਬਰਕਰਾਰ ਰੱਖੂੰਗਾ, ਮੈਂ ਆਪਣੇ ਜਾਨ ਦੀ ਬਾਜ਼ੀ ਵੀ ਲਗਾ ਦੂੰਗਾ ਜਿਹੜਾ ਕੋਈ ਦੇਸ਼ ਦੇ ਖਿਲਾਫ ਜਾ ਕੇ ਹਥਿਆਰ ਚੱਕੂਗਾ। ਇੱਕ ਸਨਮਾਨਯੋਗ ਕੈਪਟਨ ਦਾ ਬੇਟਾ ਬਲਜੀਤ ਸਿੰਘ ਉਸੇ ਦੇਸ਼ ਦੇ ਖਿਲਾਫ, ਆਪਣੇ ਖਾਸ ਤੌਰ 'ਤੇ ਉਸ ਆਰਮੀ ਦੇ ਖਿਲਾਫ ਹਥਿਆਰ ਚੱਕਦਾ, ਕਿੰਨਾ ਕੁ ਜਾਇਜ਼ ਆ? ਨਹੀਂ ਭਾਈ ਸਾਹਿਬ, ਮੇਰੇ ਲਈ ਤਾਂ ਜਾਇਜ਼ ਹੈ ਇਹ। ਚਲੋ ਉਹਨਾਂ ਦੀ ਆਪਣੀ ਉਹ ਹੈ ਵੀ ਫੌਜ 'ਚ ਕੰਮ ਕਰ ਰਹੇ ਨੇ, ਉਹ ਆਪਣੀ ਥਾਂ ਨੇ, ਅਤੇ ਮੈਂ ਆਪਣੇ ਧਰਮ ਦੀ ਲੜਾਈ ਲੜ ਰਿਹਾ ਗਾ, ਉਹ ਆਪਣੇ ਦੇਸ਼ ਲਈ ਲੜ ਰਹੇ ਨੇਗੇ। ਜਦੋਂ ਕਿ ਫੌਜ ਦੇ ਵਿੱਚ ਵੀ ਪਹਿਲਾਂ ਧਰਮ ਕਿਹਾ ਗਿਆ ਵੀ ਪਹਿਲਾਂ ਧਰਮ, ਜਦੋਂ ਕਿ ਮਿਲਟਰੀ ਨੂੰ ਜਦੋਂ ਸਹੁੰ ਚੁਕਾਉਂਦੇ ਆ ਸਿੱਖ ਰੈਜੀਮੈਂਟ ਨੂੰ, ਉਦੋਂ ਮਹਾਰਾਜ ਸਾਹਿਬ ਦੀ ਸਰੂਪ ਲੈ ਕੇ ਫਿਰ ਸਾਰਿਆਂ ਨੂੰ ਸਹੁੰ ਚੁਕਾਈ ਜਾਂਦੀ ਹੈ। ਉੱਥੇ ਇਹੀ ਹੁੰਦਾ ਵੀ ਪਹਿਲਾਂ ਤੁਸੀਂ ਆਪਣੇ ਧਰਮ ਦੀ ਰਾਖੀ ਕਰੋਗੇ, ਠੀਕ ਹੈ ਜੀ। ਧਰਮ ਦੀ ਰਾਖੀ ਹੁਣ ਠੀਕ ਹੈ, ਉਹ ਕਿਸ ਤਰੀਕੇ ਨਾਲ ਕਰਦੇ ਨੇ ਉਹ ਆਪਾਂ ਨੂੰ ਕਹਿ ਨਹੀਂ ਸਕਦੇ, ਪਰ ਮੈਂ ਤਾਂ ਆਪਣੀ ਥਾਂ 'ਤੇ ਧਰਮ ਦੀ ਰਾਖੀ ਕੀਤੀ ਹੈ। ਉਹਨਾਂ ਲਈ ਭਾਵੇਂ ਮੈਂ ਗਲਤ ਜ਼ਰੂਰ ਹਾਂ, ਉਹ ਆਪਣੀ ਸੋਚ ਹੈ। ਜਦੋਂ ਪਰਿਵਾਰ ਨੂੰ, ਮਾਤਾ ਜੀ ਦੀ ਤੁਸੀਂ ਦੱਸਿਆ ਬਹੁਤ ਛੋਟੀ ਉਮਰ ਦੇ ਵਿੱਚ ਡੈਥ ਹੋ ਗਈ ਸੀ, ਸਵਰਗ ਸਿਧਾਰ ਗਏ ਸੀ। ਪਿਤਾ ਜੀ ਇੱਕ ਫੌਜੀ ਅਫਸਰ, ਉਹਨਾਂ ਨੂੰ ਪਤਾ ਲੱਗਦਾ ਕਿ ਮੇਰਾ ਬੱਚਾ ਜਿਹੜਾ ਹਥਿਆਰਬੰਦ ਸੰਘਰਸ਼ ਦੇ ਵਿੱਚ ਕੁੱਦ ਗਿਆ, ਸਿੱਖ ਜੁਝਾਰੂਆਂ ਦੇ ਵਿੱਚ ਉੱਠਣਾ ਬੈਠਣਾ ਹੋ ਗਿਆ ਕਾਲਜ ਲਾਈਫ ਦੇ ਵਿੱਚ 18-20 ਸਾਲ ਦੀ ਉਮਰ ਦੇ ਵਿੱਚ। ਕੀ ਰਿਐਕਸ਼ਨ ਆਉਂਦਾ ਪਿਤਾ ਜੀ ਦਾ? ਉਦੋਂ ਫਾਦਰ ਸਾਹਿਬ ਦੇਖੋ, ਪਰਿਵਾਰ ਬਾਕੀ ਸਾਰਾ ਪੁੰਨੇ ਸੀਗਾ। ਜਦੋਂ ਮੇਰੀ ਇੱਧਰ ਐਂਟਰੀ ਹੋਈ ਹੈ, ਉਹਨਾਂ ਨੂੰ ਤਕਰੀਬਨ ਕੁਛ ਪਤਾ ਨਹੀਂ ਸੀਗਾ ਵੀ ਇਹ ਕਿਸ ਪਾਸੇ ਚਲੇ ਗਿਆ, ਕਿਸ ਪਾਸੇ ਨਹੀਂ। ਮੇਰੀ ਜਿਹੜੀ ਕਿ ਕੋਈ ਇਲਮ ਨਹੀਂ ਸੀਗਾ। ਇਹ ਰਿਟਾਇਰਮੈਂਟ 1999 'ਚ ਆ ਗਏ। ਮੇਰੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਨੇ। ਪਹਿਲਾਂ ਕੋਈ ਗ੍ਰਿਫਤਾਰੀ ਨਹੀਂ ਸੀ, ਪੁਲਿਸ ਰਿਕਾਰਡ ਨਹੀਂ, ਪਹਿਲਾਂ ਕੋਈ ਪੁਲਿਸ ਰਿਕਾਰਡ ਨਹੀਂ ਸੀ ਮੇਰਾ। ਉਦੋਂ 2001 ਤੋਂ ਬਾਅਦ ਮੇਰਾ ਪੁਲਿਸ ਰਿਕਾਰਡ ਸ਼ੁਰੂ ਹੋਇਆ ਹੈਗਾ। ਉਦੋਂ ਰਿਟਾਇਰਮੈਂਟ ਆ ਚੁੱਕੇ ਸੀਗੇ, ਅਤੇ ਪਹਿਲਾਂ ਫਿਰ ਉਹਨੂੰ ਪਤਾ ਲੱਗਿਆ ਹਾਂ ਵੀ ਮੈਂ ਇਸ ਪਾਸੇ ਇਨਵੋਲਵ ਹੈ, ਵੀ ਪੁਰਾਣਾ ਇਨਵੋਲਵ ਹੈ। ਪੁਲਿਸ ਨੇ ਦੱਸਿਆ, ਜਿਵੇਂ ਜਦੋਂ ਮੇਰੀ ਇੰਟੈਰੋਗੇਸ਼ਨ ਹੋਈ ਹੈ ਉਹ 'ਚ ਪਤਾ ਲੱਗਿਆ। ਫਿਰ ਉਹ ਫਾਦਰ ਸਾਹਿਬ ਨੂੰ ਬੁਲਾ ਕੇ ਦੱਸਿਆ ਵੀ ਤਾਂ ਬਹੁਤ ਦੇਰ ਦਾ ਇੱਧਰ ਚੱਲ ਰਿਹਾ, ਤੂੰ ਕਿੱਥੇ ਸੀਗਾ? ਉਹ ਕਹਿੰਦਾ ਵੀ ਸਾਡੇ ਨਾਲ ਤਾਂ ਰਹਿੰਦਾ ਨਹੀਂ, ਇਹ ਪਟਿਆਲੇ ਰਹਿੰਦਾ ਗਾ। ਤੁਸੀਂ ਪਰਿਵਾਰ ਨਾਲ ਮਤਲਬ ਕੋਈ ਪਰਿਵਾਰ ਨਾਲ ਸੰਬੰਧ ਨਹੀਂ ਸੀਗਾ ਕੋਈ, ਨਾ ਮੈਂ ਰਹਿੰਦਾ ਸੀ ਨਾਲ। ਹਾਂਜੀ, ਮੈਂ BA ਫਸਟ ਈਅਰ ਤੋਂ ਬਾਅਦ ਆਪਣਾ ਇਕੱਲਾ ਹੀ ਰਿਹਾ ਬਾਹਰ। ਹਾਂਜੀ। ਅਤੇ ਭਾਈ ਸਾਹਿਬ, ਗੱਲ ਜਥੇਬੰਦੀ ਦੀ ਕਰੀਏ, ਤੁਸੀਂ ਕਿਹੜੀ ਜਥੇਬੰਦੀ ਦੇ ਨਾਲ ਸੰਬੰਧਿਤ ਸੀ? ਅਤੇ ਉਹਦੇ ਵੀ ਜਥੇਬੰਦੀਆਂ ਦੇ ਵਿੱਚ ਅਲੱਗ-ਅਲੱਗ ਜਿਹੜੇ ਨੇ ਸਮੇਂ-ਸਮੇਂ 'ਤੇ ਵੰਡੇ ਜਾਂਦੇ ਨੇ। ਬਲਜੀਤ ਸਿੰਘ ਭਾਊ ਕਾਫੀ ਲੰਮਾ ਸਮਾਂ ਸੰਘਰਸ਼ ਦੇ ਵਿੱਚ, ਤੁਸੀਂ ਦੱਸਿਆ ਕਿ 91 ਦੇ ਵਿੱਚ ਮੈਂ ਉੱਥੇ ਆਪਣੀ ਸੇਵਾ ਕਰਨੀ ਜਿਹੜੀ ਸ਼ੁਰੂ ਕੀਤੀ। ਕੀ ਰੁਤਬਾ ਸੀ ਤੁਹਾਡਾ, ਕਿਹੜੀ ਜਥੇਬੰਦੀ ਦੇ ਵਿੱਚ? ਮੇਰੀ ਭਾਈ ਸਾਹਿਬ ਸ਼ੁਰੂ ਤੋਂ ਜਿਹੜੀ ਅਟੈਚਮੈਂਟ ਬੱਬਰਾਂ ਨਾਲ ਰਹੀ ਹੈ ਜੀ, ਬੱਬਰ ਖਾਲਸਾ ਨਾਲ। ਇਹਨਾਂ ਦੇ ਵਿੱਚ ਕੁਛ ਜਿਹੜੇ ਨੂੰ ਮਤਲਬ ਕਿ ਆਪਣੇ ਨਾਲ ਲਿਆ ਜਾਂਦਾ ਨਾ, ਬਹੁਤ ਸੋਚ ਸਮਝ ਕੇ ਲਿਆ ਜਾਂਦਾ। ਹਰੇਕ ਨੂੰ ਭਰਤੀ ਨਹੀਂ ਹੁੰਦੀ, ਤਕਰੀਬਨ ਗੁਰਸਿੱਖ ਬੰਦੇ ਨੂੰ ਇਹ ਲੈਂਦੇ ਆ ਇੱਧਰ, ਜਿਹੜਾ ਕਿ ਬਾਣੀ ਦੇ ਬਾਣੇ ਦਾ ਧਾਰਨੀ ਹੋਵੇ। ਇਸ ਕਰਕੇ ਮੈਨੂੰ ਸ਼ੁਰੂ ਤੋਂ ਇਹਨਾਂ ਨਾਲ ਅਟੈਚਮੈਂਟ ਰਹੀ ਹੈ ਮੇਰੀ। ਹੋਰ ਜਥੇਬੰਦੀਆਂ ਦੇ ਵਿੱਚ ਕੋਈ ਘੋਣਾ ਮੋਣਾ ਵੀ ਚੱਲ ਜਾਂਦਾ, ਵਾਲ ਕੱਟੇ ਵੀ ਚੱਲ ਜਾਂਦਾ ਗਾ, ਕੋਈ ਨਸ਼ਾ ਪੱਤਾ ਕਰਦਾ, ਉਹ ਆਪਣੀ ਆਪਣੀ ਲਾਈਨ ਹੈ। ਪਰ ਇਹਨਾਂ ਬੱਬਰ ਖਾਲਸਾ ਦੇ ਅਸੂਲ ਜਿਹੜੇ ਨੇ, ਉਹ ਕੁਝ ਅਸੂਲ ਥੋੜ੍ਹੇ ਅਲੱਗ ਸੀਗੇ ਸ਼ੁਰੂ ਤੋਂ ਹੀ, ਨਹੀਂ ਕਿ ਤਲਵਿੰਦਰ ਬੱਬਰ ਉਹਨਾਂ ਤੋਂ। ਸੋ ਮੇਰੇ ਅਟੈਚਮੈਂਟ ਇਹਨਾਂ ਨਾਲ ਰਹੀ ਹੈ, ਅਤੇ ਮੈਂ ਸ਼ੁਰੂ ਤੋਂ ਬੱਬਰ ਖਾਲਸਾ ਨਾਲ ਹੀ ਰਿਹਾ ਗਾ। ਬੱਬਰ ਖਾਲਸਾ 'ਚ ਜਦੋਂ ਮੈਂ ਸੀਗਾ ਉਦੋਂ ਫੜਿਆ ਵੀ ਉਦੋਂ ਗਿਆ ਗਾ। ਹਾਂਜੀ। ਅਤੇ 91-92 ਦੇ ਵਿੱਚ ਅਕਸਰ ਉੱਥੇ ਕਹਿੰਦੇ ਕਿ ਸਰਕਾਰ, ਉਸ ਟਾਈਮ ਦਾ ਪ੍ਰਸ਼ਾਸਨ ਜਿਹੜਾ, ਜਾਂ ਉਸ ਟਾਈਮ ਦੀ ਪੁਲਿਸ ਜਿਹੜੀ ਆ, ਨੌਜਵਾਨਾਂ ਦੇ ਖੂਨ ਦੀ ਪਿਆਸੀ ਹੋ ਚੁੱਕੀ ਸੀ। ਖੂਨੀ ਹੋਲੀ ਜਿਹੜੀ ਇਹ ਖੇਡੀ ਜਾਂਦੀ ਸੀ ਨੌਜਵਾਨਾਂ ਨੂੰ ਫੜ ਕੇ। ਤੁਸੀਂ ਕਿਸ ਤਰ੍ਹਾਂ ਬਚਦੇ ਰਹੇ? ਕਿਸ ਤਰ੍ਹਾਂ ਦੀ ਪਹਿਲਾ ਸਵਾਲ ਤਾਂ ਇਹ ਕਿ ਕਿਸ ਤਰ੍ਹਾਂ ਦੀ ਤੁਹਾਡੀ ਸੇਵਾ ਸੀ ਉਸ ਟਾਈਮ? ਸਿਰਫ ਪਨਾਹ ਤੱਕ ਦੀ ਸੇਵਾ ਸੀ, ਜਾਂ ਹਥਿਆਰਬੰਦ ਸੰਘਰਸ਼ ਵੀ ਥੋੜ੍ਹਾ ਬਹੁਤਾ ਤੁਸੀਂ ਕਿਤੇ ਜਾ ਕੇ ਐਕਸ਼ਨ ਕਰਦੇ ਸੀ? ਕੀ ਰੋਲ ਸੀਗਾ ਉਸ ਟਾਈਮ? ਨਹੀਂ ਭਾਈ ਸਾਹਿਬ, ਮੇਰਾ ਕੋਈ ਐਕਸ਼ਨ 'ਚ ਰੋਲ ਤਾਂ ਨਹੀਂ ਰਿਹਾ ਉਸ ਟਾਈਮ। ਮੈਂ ਸਿਰਫ ਯਾਰੀ ਦੋਸਤੀ ਲਾ ਲਓ, ਪਨਾਹ ਲਾ ਲਓ, ਇੱਥੇ ਤੱਕ ਹੀ ਸੀਗੇ। ਰੋਟੀ ਪਾਣੀ ਖਵਾ ਦੇਣਾ? ਜਾਂ ਮੈਂ ਤੁਹਾਨੂੰ ਦੱਸਾਂ, ਜਦੋਂ 91-92 'ਚ ਮੇਰੀ ਐਂਟਰੀ ਹੋਈ ਹੈ ਨਾ,
ਉਦੋਂ ਮੂਵਮੈਂਟ ਬਹੁਤ ਜ਼ਿਆਦਾ ਪਿੱਛੇ ਆ ਚੁੱਕੀ ਸੀਗੀ। ਜਿਹੜੇ ਮੇਨ ਬੰਦੇ ਖਤਮ ਦੀ ਕੰਗਾਰ ਸੀ। ਜਿਹੜੇ ਮੇਨ ਬੰਦੇ ਤੁਹਾਨੂੰ ਮੈਂ ਜ਼ਿਕਰ ਕੀਤਾ ਉਹ ਖੁਦ ਅਕਸਰ ਹੀ ਕਹਿੰਦੇ ਸੀ ਵੀ ਕੋਈ ਫਾਇਦਾ ਨਹੀਂ ਭਰਾਵੋ, ਵੀ ਇਸ ਪਾਸੇ ਨਾ ਤੁਰ ਪਏ, ਵੀ ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਆਪਣਾ ਕੌਣ ਹੈ ਬਗਾਨਾ ਕੌਣ ਹੈ। ਯਾਨੀ ਕਿ ਇੰਨੀ ਜ਼ਿਆਦਾ ਘੁਸਪੈਠ ਹੋ ਚੁੱਕੀ ਸੀ। ਮਤਲਬ ਉਹ ਵੀ ਕਿਤੇ ਨਾ ਕਿਤੇ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਡਰ ਰਹੇ ਸੀ ਕਿ ਕੁਝ ਵੀ ਹੋ ਸਕਦਾ ਕਿਸੇ ਵੀ। ਹਾਂ, ਕੁਝ ਵੀ ਹੋ ਸਕਦਾ। ਅਤੇ ਮੈਂ ਹੁਣ ਤੇ ਦੇਖਿਆ ਵੀ ਹੈਗਾ ਬਹੁਤ ਹੀ ਵੱਡੇ ਜਿਹੜੇ ਬੰਦੇ ਨੇ, ਕੁਛ ਸਰਕਾਰਾਂ ਨੇ ਖਰੀਦ ਲਏ ਸੀਗੇ, ਕੁਛ ਦਿੱਲੀ ਸਰਕਾਰ ਨੇ ਖਰੀਦ ਲਏ, ਕੋਈ ਪੰਜਾਬ ਸਰਕਾਰ ਨੇ ਖਰੀਦ ਲਏ ਸੀਗੇ। ਉਹਨਾਂ ਨੇ ਹੀ ਆਪਣੇ ਨਾਲ ਦੇ ਮਰਾਏ ਨੇਗੇ। ਫਿਰ ਉਹ ਵੀ ਪੁਲਿਸ ਨੇ ਮਾਰੇ ਨੇ। ਕੁਛ ਕੁ ਜਿਹੜੇ ਬਚ ਕੇ ਚਲੋ ਬਾਹਰ ਨਿਕਲ ਗਏ, ਆਪਾਂ ਕਹਿ ਨਹੀਂ ਸਕਦੇ, ਪਰ ਉਸ ਟਾਈਮ ਜਿਹੜੇ ਕੈਟ ਬਣੇ ਉਹ ਵੀ ਸੋਧੇ ਨੇਗੇ। ਪੁਲਿਸ ਨੇ ਖੁਦੇ ਮਾਰੇ ਨੇ ਆਪਣੇ ਬੰਦੇ। ਹਾਂਜੀ। ਅਤੇ ਭਾਈ ਸਾਹਿਬ ਜੀ, ਤੁਹਾਡੀ ਸਟੱਡੀ ਪੂਰੀ ਹੋ ਜਾਂਦੀ ਆ, ਕਾਲਜ ਲਾਈਫ ਤੁਸੀਂ ਇੰਜੋਏ ਕਰਦੇ ਹੋ, ਚਲੋ ਇਸ ਪਾਸੇ ਨੂੰ ਝੁਕਾਓ ਹੋ ਜਾਂਦਾ। ਉਸ ਤੋਂ ਬਾਅਦ ਆਮ ਨੌਜਵਾਨਾਂ ਦਾ ਜਿਵੇਂ ਅੱਜ ਕੱਲ੍ਹ ਹੁੰਦਾ ਹੈ ਕਿ ਕੋਈ ਚੰਗੀ ਨੌਕਰੀ ਮਿਲ ਜਾਵੇ, ਜਾਂ ਅੱਜ ਕੱਲ੍ਹ ਤਾਂ ਟਰੈਂਡ ਚੱਲ ਰਿਹਾ ਕਿ ਬਾਹਰ ਚੱਲ ਜਾਈਏ, ਕੈਨੇਡਾ ਚੱਲ ਜਾਈਏ, ਅਸੀਂ ਅਮਰੀਕਾ ਚੱਲ ਜਾਈਏ। ਇੱਕ ਨੌਜਵਾਨ ਹੋਣ ਦੇ ਨਾਤੇ ਬਲਜੀਤ ਸਿੰਘ ਭਾਊ ਦੇ ਮਨ 'ਚ ਨਹੀਂ ਆਇਆ ਕਿ ਮੈਂ ਪੜ੍ਹ ਲਿਖ ਗਿਆ, ਮੈਂ ਚੰਗੀ ਕੋਈ ਆਪਣੀ ਜੋਬ ਕਰ ਲਵਾਂ, ਕੋਈ ਆਪਣਾ ਕੰਮਕਾਰ ਸੈੱਟ ਕਰ ਲਵਾਂ, ਜਾਂ ਮੂਵਮੈਂਟ ਜਿਹੜੀ ਆ ਉਹ ਖਤਮ ਹੋ ਚੁੱਕੀ ਆ, ਹੁਣ ਇਹਦੇ ਵਿੱਚ ਜਾ ਕੇ ਫਾਇਦਾ ਕੋਈ ਨਹੀਂ? ਮੈਂ ਭਾਈ ਸਾਹਿਬ ਪੁਲਿਸ ਦੇ ਵਿੱਚ +2 ਤੋਂ ਬਾਅਦ ਭਰਤੀ ਹੋ ਗਿਆ ਸੀਗਾ। ਪੁਲਿਸ ਦੇ ਵਿੱਚ ਹਾਂ, ਜਦੋਂ ਫਸਟ ਈਅਰ ਸੀਗਾ ਮੈਂ ਸਪੋਰਟਸ ਵੇਜ 'ਤੇ ਮੈਨੂੰ ਪੁਲਿਸ ਨੇ ਭਰਤੀ ਕਰ ਲਿਆ ਸੀਗਾ ਐਜ਼ ਏ ਕਾਂਸਟੇਬਲ। ਹਾਂਜੀ। ਕਿਹੜੀ ਗੇਮ ਖੇਡਦੇ ਸੀ? ਮੇਰੀ ਬਾਸਕਟਬਾਲ ਸੀਗੀ। ਹਾਂਜੀ। ਸੋ ਉਦੋਂ ਮੈਂ ਪੁਲਿਸ 'ਚ 2 ਸਾਲ ਲਾਏ ਨੇਗੇ। 2 ਸਾਲ ਲਾਉਣ ਤੋਂ ਬਾਅਦ ਮੇਰਾ ਮਹਿਕਮੇ 'ਚ ਦਿਲ ਨਹੀਂ ਲੱਗਿਆ, ਕਿ ਉਸ ਪੁਲਿਸ ਮਹਿਕਮਾ ਉਸ ਟਾਈਮ ਕੁਛ ਹੋਰ ਚੀਜ਼ ਸੀਗਾ। ਸੋ ਕਹਿਣ ਦਾ ਮਤਲਬ, ਜਿਹੜਾ ਨੌਜਵਾਨ ਕੋਈ ਵੀ ਉਸ ਟਾਈਮ ਭਰਤੀ ਹੋਏ, ਮੇਰੇ ਨਾਲ ਬਹੁਤ ਮੁੰਡੇ ਸਪੋਰਟਸ ਵੇਜ 'ਤੇ ਸੀਗੇ ਜਿਹੜੇ ਨਾਲ ਦੀ ਨਾਲ ਛੱਡ ਕੇ ਭੱਜੇ ਨੇਗੇ। ਫਿਰ ਉਸ ਤੋਂ ਬਾਅਦ ਬੇਅੰਤਕਾਂਡ ਹੋ ਗਿਆ। ਬੇਅੰਤਕਾਂਡ ਤੋਂ ਬਾਅਦ ਸਿਰਫ ਮੈਂ ਹੀ ਬਚਿਆ ਸੀ ਇਕੱਲਾ, ਜਿਹੜਾ ਰਿਜ਼ਾਈਨ ਦੇ ਕੇ ਭੱਜਿਆ ਸੀਗਾ। ਹੋਰ ਮੁੰਡੇ ਬਥੇਰੇ ਸੀ ਜਿਹੜੇ ਰਿਜ਼ਾਈਨ ਦੇ ਕੇ ਚਲੇ ਗਏ। ਉਹ ਮੁੜ ਕੇ ਪੁਲਿਸ ਨੇ ਚੱਕ ਕੇ ਉਹੀ ਗੁੱਟੇ ਨੇ। ਇੰਟੈਰੋਗੇਸ਼ਨ ਬਹੁਤ ਜ਼ਿਆਦਾ ਕੀਤੀ, ਕਿਉਂਕਿ ਬਲਵਾਨੀ ਬੰਦੇ ਮਤਲਬ ਜਿਹੜੇ ਕਿਤੇ, ਮੈਂ ਤੁਹਾਨੂੰ ਦੱਸਦਾ, 91 'ਚ ਸਾਡੀ ਭਰਤੀ ਹੋਈ ਹੈ। ਬਲਵੰਤ ਸਿੰਘ ਰਾਜੋਆਣਾ ਮੇਰਾ ਦੋਸਤ ਹੈ, ਸਾਡੇ ਨਾਲ ਦਾ ਭਰਤੀ ਹੈ। ਮੇਰੇ ਤੋਂ ਪਹਿਲਾਂ ਭਰਤੀ ਹੈ, ਐਥਲੈਟਿਕ ਕਰਦਾ ਸੀਗਾ। ਮਤਲਬ ਤੁਸੀਂ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਵੀ ਇੱਕ ਐਜ਼ ਆ ਪੁਲਿਸ ਅਫਸਰ ਤੁਹਾਡੀ ਨੇੜਤਾ ਜਿਹੜੀ ਰਹੀ ਹੈ? ਹਾਂ। ਸੋ ਜਦੋਂ ਬੇਅੰਤਕਾਂਡ 'ਚ ਇਨਵੋਲਵਮੈਂਟ ਪਤਾ ਲੱਗੀ ਨਾ, ਵੀ ਸਪੋਰਟਸ ਵੇਜ 'ਤੇ ਜਿਹੜਾ ਬਲਵੰਤ ਸਿੰਘ ਹੈ ਵੀ ਇਹਨਾਂ ਨੇ ਕਾਂਡ ਕੀਤਾ ਇਹ, ਅਤੇ ਲਖਵਿੰਦਰ ਜਿਹੜਾ CID ਮੁਲਾਜ਼ਮ ਹੈ ਉਹ ਵੀ ਸਪੋਰਟਸ ਕੋਟੇ 'ਚ ਭਰਤੀ ਹੈ। ਦਿਲਾਵਰ ਸਿੰਘ ਵੀ SPO ਸਪੋਰਟਸ ਕੋਟੇ 'ਚ ਹੀ ਨੰਬਰ ਮਿਲਿਆ ਸੀ। ਸੋ ਕਹਿਣ ਦਾ ਮਤਲਬ, ਪੂਰੀ ਪੰਜਾਬ ਪੁਲਿਸ ਸਪੋਰਟਸਮੈਨਾਂ ਦੇ ਪਿੱਛੇ ਪੈ ਗਈ। ਜਿੰਨੇ ਮੁੰਡੇ ਸਾਡੇ ਰਿਜ਼ਾਈਨ ਦੇ ਕੇ ਚਲੇ ਗਏ ਸੀਗੇ, ਉਹ ਲਿਆ ਕੇ CS ਸਟਾਫ 'ਚ ਪੁਲਿਸ ਨੇ ਦੁਬਾਰੇ ਕੁੱਟੇ। ਉਹਨਾਂ 'ਚ ਮੈਂ ਬਚਿਆ ਸੀ ਇਕੱਲਾ, ਕਿਉਂਕਿ ਮੇਰੇ ਜਿਹੜਾ ਐਡਰੈਸ ਪਿੰਡ ਦਾ ਸੀਗਾ, ਪਿੰਡ ਦਾ ਹੁਣ ਜਿੱਥੇ ਆਪਾਂ ਭਰਤੀ ਹੋ ਗਏ ਐਡਰੈਸ ਤਾਂ ਪਿੰਡ ਦਾ ਨਾ ਪਊਗਾ। ਮੇਰਾ ਕਿਸੇ ਨੂੰ ਪਤਾ ਨਹੀਂ ਸੀ ਕਿੱਥੇ ਰਹਿੰਦਾ ਪਰਿਵਾਰ ਸੀਗਾ ਸਾਰਾ ਫਾਦਰ ਸਾਹਿਬ ਨਾਲ, ਸ਼ਾਇਦ ਜੱਬਲਪੁਰ ਸੀ ਉਦੋਂ। ਸੋ ਇਸ ਕਰਕੇ ਮੇਰਾ ਬਚਾਅ ਹੋਇਆ, ਨਹੀਂ ਉਸ ਟਾਈਮ ਮੈਂ ਵੀ ਇਸ 'ਚ ਆ ਗਿਆ ਸੀ। ਤੁਸੀਂ ਕਿਹਾ ਕਿ ਮੇਰਾ ਦਿਲ ਨਹੀਂ ਲੱਗਿਆ ਪੁਲਿਸ ਦੇ ਵਿੱਚ। ਅਕਸਰ ਦੇਖਿਆ ਜਾਂਦਾ ਕਿ ਕਿਸੇ ਨੌਜਵਾਨ ਨੂੰ ਬਹੁਤ ਮਿਹਨਤਾਂ ਮੁਸ਼ੱਕਤਾਂ ਤੋਂ ਬਾਅਦ ਜਿਹੜੀ ਆ ਕੋਈ ਸਰਕਾਰੀ ਜੋਬ ਮਿਲਦੀ ਆ ਜਾਂ ਪੁਲਿਸ ਦੀ ਜੋਬ ਮਿਲਦੀ ਆ। ਬਲਜੀਤ ਸਿੰਘ ਭਾਊ ਨੇ ਅਜਿਹਾ ਕੀ ਦੇਖ ਲਿਆ ਕਿ 2 ਸਾਲ ਦੇ ਵਕਫੇ ਤੋਂ ਬਾਅਦ ਹੀ ਪੁਲਿਸ ਦਾ ਰਿਜ਼ਾਈਨ ਜਿਹੜਾ ਪਾ ਕੇ ਇਸ ਪਾਸੇ ਨੂੰ ਆ ਗਿਆ? ਦਰਅਸਲ ਭਾਈ ਸਾਹਿਬ, ਉਸ ਟਾਈਮ ਜਿਹੜੀ ਪੁਲਿਸ ਸੀ ਨਾ, ਮਹਿਕਮੇ 'ਚ ਤੁਸੀਂ ਚਲੇ ਗਏ, ਮੰਨ ਲਓ ਇੱਕ ਤਾਂ ਹੁੰਦਾ ਵੀ ਆਪਾਂ ਮਹਿਕਮੇ ਚਲੇ ਗਏ, ਵੀ ਨਾਲ ਦੇ ਬਹੁਤ ਸਾਥੀ ਨੇ ਤੁਹਾਨੂੰ, ਜਿਹੜੇ ਅਫਸਰ ਨੇ ਤੁਹਾਡੇ, ਕੋਈ ਗਾਈਡ ਕਰੂਗਾ, ਕੋਈ ਕੁਛ ਕਰੂਗਾ। ਉਸ ਟਾਈਮ ਦਾ ਪੁਲਿਸ ਦਾ ਜਿਹੜਾ ਰਵੱਈਆ ਉਹ ਹੈ ਬਹੁਤ ਖਤਰਨਾਕ ਸੀਗਾ। ਇਹੋ ਜਿਹੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਸੀਗਾ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸੀ ਉਹ। ਯਾਨੀ ਕਿ ਮੰਨ ਲਓ ਮੈਂ ਬਹੁਤ ਇਹੋ ਜਿਹੇ ਐਕਸ਼ਨ ਦੇਖੇ ਨੇ, ਜਿਵੇਂ ਪੁਲਿਸ ਕਿਸੇ ਸੰਘ ਨੂੰ, ਖਾੜਕੂ ਸਿੰਘ ਨੂੰ ਐਨਕਾਊਂਟਰ ਕਰਨ ਜਾ ਰਹੀ ਹੈ। ਐਨਕਾਊਂਟਰ ਤਾਂ ਇਹਨਾਂ ਤੋਂ ਸਹੀ ਹੋਏ ਨਹੀਂ, ਕਿਸੇ ਤੋਂ ਨਜਾਇਜ਼ ਬੰਦਾ ਮਾਰਤਿਆ। ਪੁਲਿਸ ਨੇ ਦੇਖਿਆ ਵੀ ਹੁਣ ਇਹ ਬੰਦੇ ਨੂੰ ਆਪਾਂ ਨਜਾਇਜ਼ ਮਾਰਤਾ, ਇਹਨੂੰ ਦਿਖਾਵਾਂਗੇ ਕਿਵੇਂ, ਨਾਲ ਹੀ ਆਪਣੇ 2 ਮਾਰਤੇ। ਆਪਣੀ ਪੁਲਿਸ ਮਤਲਬ ਆਪਣੀ ਪੁਲਿਸ ਦੇ ਇੱਕ ਦੇ ਗੋਲੀ ਮਾਰਤੀ, ਇੱਕ ਦੇ ਲੱਤ ਨੂੰ ਟਪਾਤੀ। ਜਿਹਦੇ ਲੱਤ ਨੂੰ ਟਪਾਈ ਉਹਦਾ ਬਚ ਗਿਆ, ਉਹਨੂੰ ਕਹਿੰਦਾ ਤੈਨੂੰ ਰੈਂਕ ਮਿਲ ਜੂਗਾ, ਕੋਈ ਗੱਲ ਨਹੀਂ, ਤੇਰਾ ਇਲਾਜ ਕਰਾ ਲਾਂਗੇ ਯਾਰ। ਇੱਕ ਮਾਰਤਾ, ਕਹਿਣ ਦਾ ਮਤਲਬ ਦਿਖਾਤਾ ਵੀ ਫਲਾਣੀ ਥਾਂ ਐਨਕਾਊਂਟਰ ਹੋਇਆ ਜਿੱਥੇ ਸਾਡੇ ਵੀ 2 ਮੁਲਾਜ਼ਮ, ਇੱਕ ਮਰ ਗਿਆ, ਇੱਕ ਫੱਟੜ ਹੈ। ਸੋ ਐਂ ਪੁਲਿਸ ਦੀ ਉਹ ਸੀਗੀ ਉਸ ਟਾਈਮ। ਤੁਸੀਂ ਮਤਲਬ ਆਪਣੇ ਅੱਖੀਂ ਇਹ ਵਰਤਾਰਾ ਜਿਹੜਾ ਤੁਸੀਂ ਦੇਖਦੇ ਰਹੇ ਹੋ, ਇੱਦਾਂ ਦਾ ਕੁਝ? ਨਹੀਂ, ਅੱਖੀਂ ਨਹੀਂ ਭਾਈ ਸਾਹਿਬ। ਜਿਵੇਂ ਪੁਲਿਸ ਲਾਈਨ ਦੇ ਵਿੱਚ ਆਪਾਂ ਸਾਰੇ ਰਹਿੰਦੇ ਹਾਂ ਨਾ, ਪੁਲਿਸ ਮੁਲਾਜ਼ਮ, ਉੱਥੇ ਆਮ ਅਕਸਰ ਇਹ ਗੱਲਾਂ ਚੱਲਦੀਆਂ ਨੇ, ਸੁਣਦੇ ਹਾਂ। ਮੈਂ CS ਸਟਾਫ 'ਚ ਕੋਈ ਜੋਬ ਨਹੀਂ ਕੀਤੀ, ਨਾ ਮੈਂ ਥਾਣੇ 'ਚ ਕੀਤੀ ਹੈ, ਮੈਂ ਪੁਲਿਸ ਲਾਈਨ 'ਚ ਕਰੀ ਹੈ। ਉੱਥੇ ਸ਼ਾਮ ਨੂੰ ਅਸੀਂ ਇਕੱਠੇ ਹੁੰਦੇ ਸੀ ਸਾਰੇ ਹਾਜ਼ਰੀ ਵਾਸਤੇ। ਉੱਥੇ ਅਕਸਰ ਪਤਾ ਚੱਲਦਾ ਸੀ ਵੀ ਅੱਜ ਫਲਾਣੀ ਦਾ ਐਨਕਾਊਂਟਰ ਹੋਇਆ, ਐਨਕਾਊਂਟਰ ਆਮ ਵੀ ਉੱਥੇ ਬੰਦਾ ਮਾਰਿਆ ਦਾ ਨਜਾਇਜ਼ ਹੈ, ਪੁਲਿਸ ਨੇ ਆਪਣੀ ਵੀ 2 ਰੋਡ ਦੇ ਨਾਲ ਦੀ ਨਾਲ। ਇਸ ਤਰੀਕੇ ਨਾਲ ਉਦੋਂ ਪੁਲਿਸ ਚੱਲਦੀ ਸੀ। ਹਾਂਜੀ। ਰਿਜ਼ਾਈਨ ਦੇ ਕੇ ਆ ਜਾਂਦੇ ਹੋ ਤੁਸੀਂ, ਨੇ ਪਹਿਲਾਂ ਗੱਲ ਕੀਤੀ ਕਿ 2001 ਤੋਂ ਬਾਅਦ ਜਿਹੜੇ ਨੇ ਪਰਚੇ ਮੇਰੇ ਪਰ ਸ਼ੁਰੂ ਹੁੰਦੇ ਨੇ,
5-4 ਸਾਲ ਬਿਲਕੁਲ ਜਿਹੜੇ ਨੇ ਸ਼ਾਂਤੀ ਦੇ ਨਾਲ ਲੰਘਦੇ ਨੇ ਰਿਜ਼ਾਈਨ ਦੇਣ ਤੋਂ ਬਾਅਦ? ਬਿਲਕੁਲ ਭਾਈ ਸਾਹਿਬ, ਰਿਜ਼ਾਈਨ ਦੇਣ ਤੋਂ ਬਾਅਦ ਮੈਂ ਦੁਬਾਰੇ BA ਸੈਕੰਡ ਈਅਰ 'ਚ ਐਡਮਿਸ਼ਨ ਲਈ ਹੈ। ਹਾਂਜੀ, BA ਸੈਕੰਡ ਕੀਤੀ ਹੈ, ਫਾਈਨਲ ਕੀਤੀ ਹੈ, MA ਕੀਤੀ ਹੈ। ਸੋ ਕੋਈ ਤਰੀਕਾ ਇਹੋ ਜਿਹਾ ਉਹ ਨਹੀਂ ਸੀਗਾ, ਕਿਉਂਕਿ ਮੂਵਮੈਂਟ ਵੀ ਉਦੋਂ ਐਡੀ ਖਤਮ ਹੋ ਚੁੱਕੀ ਸੀਗੀ। ਜਿਹੜੇ ਸੀਗੇ ਕੁਛ ਬਾਹਰ ਚਲੇ ਗਏ ਜਾਂ ਆਪਣਾ ਵਿਚਾਰੇ ਜਿਹੜੇ ਜੇਲ੍ਹਾਂ 'ਚੋਂ ਆ ਗਏ ਸੀ, ਜੀਵਨ ਬਤੀਤ ਕਰ ਰਹੇ ਸੀਗੇ। ਸੋ ਮੈਂ ਵੀ ਆਪਣਾ ਵਧੀਆ ਤਰੀਕੇ ਨਾਲ ਨੋਰਮਲ ਲਾਈਫ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਸੀਗਾ। ਗੱਲ ਇੱਥੇ ਇਹ ਉੱਠਦੀ ਕਿ ਇੱਕ ਵਾਰੀ ਮੂਵਮੈਂਟ ਦੇ ਵਿੱਚ ਚਲੋ ਤੁਸੀਂ ਗੁਪਤ ਸੇਵਾ ਜਿਹੜੀ ਕੀਤੀ, ਉਸ ਤੋਂ ਬਾਅਦ ਪੁਲਿਸ ਦੀ ਨੌਕਰੀ ਤੁਸੀਂ ਦੱਸ ਰਹੇ ਹੋ ਕਿ ਮੈਂ ਛੱਡ ਦਿੱਤੀ, ਕੁਝ ਹਾਲਾਤ ਇੱਦਾਂ ਦੇ ਬਣ ਗਏ। 2000 ਸਨ ਜਾਂ 2001 ਦੇ ਵਿੱਚ 21ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਆਪਾਂ ਕਹਿ ਲਈਏ, ਫਿਰ ਅਜਿਹਾ ਕੀ ਭਾਣਾ ਵਾਪਰਿਆ ਕਿ ਬਲਜੀਤ ਸਿੰਘ ਭਾਊ ਜੀ ਦੇ ਪਰ ਕਦੇ ਪੁਲਿਸ ਦੇ ਵਿੱਚ ਰਿਕਾਰਡ ਦੇ ਵਿੱਚ ਨਾਮ ਨਹੀਂ ਸੀ, ਪੁਲਿਸ ਰਿਕਾਰਡ ਦੇ ਵਿੱਚ ਉਹਦਾ ਨਾਮ ਜਿਹੜਾ ਦਰਜ ਹੋਣਾ ਸ਼ੁਰੂ ਹੋ ਗਿਆ, ਪੁਲਿਸ ਦੇ ਅਫਸਰਾਂ ਦੀ ਅੱਖਾਂ ਦੇ ਵਿੱਚ ਬਲਜੀਤ ਸਿੰਘ ਭਾਊ ਦੁਬਾਰੋਂ ਆ ਗਿਆ। ਮੇਰੇ 'ਤੇ ਭਾਈ ਸਾਹਿਬ ਪਰਚਾ ਸੀਗਾ ਇੱਕ 1994 ਦਾ, ਚੰਡੀਗੜ੍ਹ ਦਾ, ਲੜਾਈ ਝਗੜੇ ਦਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ। ਉਹ 'ਚ ਮੈਂ PO ਸੀਗਾ। ਤਾਂ ਰੱਖੜੀ ਵਾਲੇ ਦਿਨ ਪੁਲਿਸ ਨੇ ਮੈਨੂੰ PO ਸੈੱਲ ਵਾਲਿਆਂ ਨੇ ਲੈ ਕੇ ਗਏ, ਮੈਨੂੰ ਸੰਨ 2000 ਦੀ ਗੱਲ ਹੈ ਇਹ। ਉਸ ਪਰਚੇ ਰਾਹੀਂ ਮੈਨੂੰ ਵੜੈਲ ਜੇਲ੍ਹ ਜਾਣ ਦਾ ਮੌਕਾ ਮਿਲਿਆ ਦੁਬਾਰੇ। ਮੌਕਾ ਕਹਿ ਰਹੇ ਹੋ ਕਿ ਮੌਕਾ ਮਿਲਿਆ। ਅਤੇ ਮੈਂ ਵੜੈਲ ਜੇਲ੍ਹ ਜਦੋਂ ਗਿਆ ਤਾਂ ਉੱਥੇ ਭਾਈ ਜਗਤਾਰ ਸਿੰਘ ਹਵਾਰਾ ਰਾਜੂ ਨੇ ਦੁਬਾਰੇ ਮਿਲੇ। ਬੜੇ ਉਹਦੇ ਨਾਲ ਵੀ ਤੂੰ ਯਾਰ ਕਿੱਧਰ ਰਿਹਾ ਹੈ ਨਾ, ਵੀ ਅਸੀਂ ਤਾਂ ਆਹ ਕੁਛ ਕੀਤਾ ਉਹ ਕੀਤਾ। ਉੱਥੇ ਫਿਰ ਮੇਰੀ ਦੁਬਾਰੇ ਐਂਟਰੀ ਹੋਈ ਇਹਨਾਂ ਨਾਲ। ਮਤਲਬ ਜਗਤਾਰ ਸਿੰਘ ਹਵਾਰਾ ਤੁਸੀਂ ਕਹਿੰਦੇ ਦੁਬਾਰਾ ਮਿਲੇ, ਉਸ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨਾਲ ਹੁੰਦੀ ਰਹੀ? ਪਹਿਲਾਂ 92-93 'ਚ ਅਸੀਂ ਯੂਨੀਵਰਸਿਟੀ ਮਿਲਦੇ ਰਹੇ ਆਪਸ 'ਚ। ਇਹ ਵਾਲੀਬਾਲ ਦੀ ਟੀਮ 'ਚ ਆਉਂਦਾ ਸੀਗਾ, ਮੈਂ ਬਾਸਕਟਬਾਲ ਦੀ ਆਉਂਦਾ ਸੀਗਾ। ਉਦੋਂ ਤਾਂ ਇਹਦੇ ਦਾੜੀ ਵੀ ਹੈ ਨਹੀਂ ਸੀ ਬਿਲਕੁਲ, ਇਹ ਨੌਜਵਾਨ ਸੀਗਾ। ਹਾਂ, ਮੇਰੇ ਤੋਂ 1 ਸਾਲ ਵੱਡਾ ਹੈਗਾ। ਜੋ ਉੱਥੇ ਦੁਬਾਰੇ ਜਦੋਂ ਸਾਡੀ ਮੁਲਾਕਾਤ ਹੋਈ ਉਦੋਂ ਇਹਦੇ ਦਾੜੀ ਵੀ ਆ ਗਈ ਸੀ। ਚਲੋ ਫਿਰ ਬਹੁਤ ਜ਼ਿਆਦਾ ਖੁੱਲ੍ਹੀਆਂ ਵਿਚਾਰਾਂ ਹੋਈਆਂ। ਅਤੇ ਕੀ ਹੋਇਆ ਉਦੋਂ, ਸਭ ਤੋਂ ਪਹਿਲਾਂ ਮਰਿੰਡੇ ਦੇ ਕੋਲ ਭਰਤਗੜ੍ਹ ਇਹ ਭਨਿਆਰਾ ਸਿੰਘ ਪਿਆਰਾ ਸਿੰਘ ਭਨਿਆਰੇ ਵਾਲਿਆਂ ਨੇ ਕੰਮ ਗਲਤ ਕੀਤਾ ਸੀਗਾ। ਰਤਨਗੜ੍ਹ ਪਿੰਡ 'ਚੋਂ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਕਰਕੇ ਇਹਨਾਂ ਨੇ ਬੇਅਦਬੀ ਕੀਤੀ। ਉਸ ਤੋਂ ਬਾਅਦ ਫਿਰ ਦੁਬਾਰੇ ਸਾਡੇ ਜਜ਼ਬਾਤ ਭੜਕੇ। ਫਿਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮਾਂਡ ਹੇਠ ਮੈਂ ਕੰਮ ਕੀਤਾ। ਉਹਨੇ ਦੱਸਿਆ ਵੀ ਕਿੱਥੇ ਕਿੱਥੇ ਆਪਣੇ ਹਥਿਆਰ ਪਏ ਨੇ ਯਾਰ, ਉੱਥੋਂ ਚੱਕ ਕੇ ਤੁਸੀਂ ਨਾਲ ਜੁੜੋ। ਮੈਂ ਕਹਿੰਦਾ ਮੈਂ ਵੀ ਆਇਆ। ਮੈਨੂੰ ਐਂ ਸੀ, ਇਸ਼ਾਰਾ ਦਿੱਤਾ ਸੀ ਕਿ ਉਹ ਕਹਿੰਦਾ ਮੈਂ ਵੀ ਆਇਆ। ਮੈਨੂੰ ਐਂ ਸੀ ਵੀ ਸ਼ਾਇਦ ਇਹਨਾਂ ਦਾ ਕੇਸ ਫਾਈਨਲ ਹੋਣ ਵਾਲਾ ਹੈਗਾ। ਠੀਕ ਹੈ, ਇਹ ਮੈਨੂੰ ਪਤਾ ਨਹੀਂ ਸੀ ਵੀ ਸੁਰੰਗ ਰਾਹੀਂ ਆਉਣਗੇ ਇਹ। ਉਹ ਕਿਸੇ ਨੂੰ ਦੱਸਿਆ ਨਹੀਂ ਹੋਇਆ ਸੀਗਾ। ਹਾਂ, ਉਹ ਨਹੀਂ ਪਤਾ ਸੀਗਾ। ਫਿਰ ਮੈਂ 2001 'ਚ ਬਾਹਰ ਆ ਗਿਆ। 2002 ਜਾਂ 2003 ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਪੈਰਾਲਾਈਜ਼ ਅਟੈਕ ਹੋ ਗਿਆ। ਫਿਰ ਮੈਂ ਤਕਰੀਬਨ ਘਰੇ ਰਿਹਾਗਾ ਉਹਨਾਂ ਦੀ ਪਿੰਡ। ਹਾਂ ਜੀ, ਮੇਰੇ ਫਾਦਰ ਸਾਹਿਬ ਮਿਲਟਰੀ ਹੋਣ ਕਰਕੇ ਕਮਾਂਡ ਹਸਪਤਾਲ ਚੰਡੀਗੜ੍ਹ ਇਲਾਜ ਚੱਲਿਆ। ਫਿਰ ਇਹ 4 'ਚ ਬਾਹਰ ਆ ਗਏ, ਭੱਜ ਗਏ ਸੁਰੰਗ ਰਾਹੀਂ। ਹਾਂ ਜੀ, ਫਿਰ ਬਾਹਰ ਆਉਣ ਤੋਂ ਜਦੋਂ ਜਨਵਰੀ 'ਚ ਬਾਹਰ ਆਏ ਨੇ, ਇਹ ਮਾਰਚ 'ਚ ਮੇਰੇ ਕੋਲ ਪਿੰਡ ਆ ਗਿਆ ਸੀ। ਫਿਰ ਅਸੀਂ ਦੁਬਾਰੇ ਫਿਰ ਇਕੱਠੇ ਚੱਲੇ ਹਾਂ। ਹਾਂਜੀ। ਅਤੇ ਭਾਈ ਸਾਹਿਬ ਜਗਤਾਰ ਸਿੰਘ ਹਵਾਰਾ ਨੇ ਬੜਾ ਇੱਕ ਕਹਿੰਦੇ ਨੇ ਜਿਹੜੇ ਜੁਝਾਰੂ ਨੇ ਜਾਂ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ ਕਿ ਇਤਿਹਾਸ ਬਣਾ ਦਿੱਤਾ ਕਿ ਸੁਰੰਗ ਪੱਟ ਕੇ, ਗੱਲ ਵੀ ਕਹੀ ਜਾਂਦੀ ਆ, ਸੁਰੰਗਾਂ ਪੱਟ ਕੇ ਲਾਂਘੇ ਸੂਰਮੇ ਕਾਹਨੂੰ ਡੱਕਦੀਆਂ ਜੇਲ੍ਹਾਂ। ਜਦੋਂ ਬਾਹਰ ਆਉਂਦੇ ਨੇ ਜਾਂ ਤੁਹਾਨੂੰ ਪਤਾ ਲੱਗਦਾ ਕਿ ਜਗਤਾਰ ਸਿੰਘ ਹਵਾਰਾ ਨੇ ਸੁਰੰਗ ਪੱਟ ਦਿੱਤੀ, ਦੋਸਤ ਰਹੇ ਹੋ ਤੁਸੀਂ, ਦੱਸਦੇ ਹੋ ਕਿ ਭਰਾਵਾਂ ਵਾਲਾ ਪਿਆਰ ਜਥੇਦਾਰ ਸਾਹਿਬ ਦੇ ਨਾਲ ਰਿਹਾ। ਪਹਿਲਾ ਖਿਆਲ ਮਨ ਦੇ ਵਿੱਚ ਕੀ ਆਉਂਦਾ ਜਦੋਂ ਖਬਰ ਮਿਲਦੀ ਹੈ ਕਿ ਜਗਤਾਰ ਸਿੰਘ ਹਵਾਰਾ ਸਾਥੀਆਂ ਸਮੇਤ ਜੇਲ੍ਹ ਤੋਂ ਫਰਾਰ ਹੋ ਗਏ ਨੇ ਸੁਰੰਗ ਦੇ? ਦੇਖੋ, ਲੋਕ ਤਾਂ ਨਹੀਂ ਮੰਨਦੇ ਸੀਗੇ ਜਦੋਂ ਆਮ ਗੱਲਾਂ ਕਰਦੇ ਸੀਗੇ, ਕਿਉਂਕਿ ਇੱਥੋਂ ਤੱਕ ਏਜੰਸੀਆਂ ਵੀ ਐਂ ਕਹਿੰਦੀ ਸੀਗੀਆਂ ਨਾ, ਲੋਕ ਅਕਸਰ ਕਹਿੰਦੇ ਸੀਗੇ ਵੀ ਤਾਂ ਏਜੰਸੀਆਂ ਨੇ ਚੱਕ ਕੇ ਮਾਰਤੀ। ਪਰ ਮੈਂ ਉੱਥੇ ਰਿਹਾ ਹੋਇਆ ਸੀ, ਮੈਨੂੰ ਪਤਾ ਸੀ ਇੱਥੋਂ ਭੱਜ ਸਕਦੇ ਨੇ ਇਹ ਸੁਰੰਗ ਪੱਟ ਕੇ, ਵੀ ਬਾਕੀ ਜਿਗਰਾ ਉਹਨਾਂ ਦਾ। ਹਾਂ, ਵੀ ਐਡਾ ਜਿਗਰਾ ਕਿ ਇੱਥੋਂ ਕਰ ਸਕਦੇ ਨੇ ਕੰਮ ਇਹ। ਮੈਂ ਯਾਨੀ ਮੈਨੂੰ ਯਕੀਨ ਸੀਗਾ ਵੀ ਹਾਂ ਇਹ ਨਿਕਲ ਚੁੱਕੇ। ਅਤੇ ਆਮ ਤਕਰੀਬਨ ਲੋਕ ਤਾਂ ਇਹ ਕਹਿੰਦੇ ਨੇ ਵੀ ਜੇਲ੍ਹ 'ਚੋਂ ਭੱਜਣਾ ਤਾਂ ਬਹੁਤ ਮੁਸ਼ਕਿਲ ਗੱਲ ਹੈ ਵੀ ਮੁਸ਼ਕਿਲ ਹੈ ਬਹੁਤ ਜ਼ਿਆਦਾ। ਹਾਂ, ਪਰ ਇਹਨਾਂ ਦੀ ਵੈਸੇ ਵਾਹਿਗੁਰੂ ਦੀ ਕਿਰਪਾ ਇਹੋ ਜਿਹੀ ਰਹੀ ਹੈ ਕਿ ਉਹਨੂੰ ਕਾਮਯਾਬ ਕਰਕੇ ਇਹ 1.5-2 ਸਾਲ ਬਾਹਰ ਵੀ ਰਹੇ ਨੇ। ਅਤੇ ਫਿਰ ਚਲੋ ਦੁਬਾਰੇ ਅੰਦਰ ਜਾਣਾ ਹੋਇਆ। 1 ਜੁਝਾਰੂ ਨੇ ਤਾਂ ਅੰਦਰ ਜਾਣਾ ਹੀ ਹੁੰਦਾ ਹੈਗਾ, ਜਾਂ ਆਪਣਾ ਪੁਲਿਸ ਨਾਲ ਮੁਕਾਬਲਾ ਹੁੰਦਾ ਕਿਉਂਕਿ ਛੋਟੀ ਉਮਰ ਹੁੰਦੀ ਹੈ 1 ਜੁਝਾਰੂ ਦੀ, ਜਾਂ ਲਾ ਲਓ ਅੱਜ ਕੱਲ੍ਹ ਗੈਂਗਸਟਰ ਜਿਵੇਂ ਚੱਲਦੇ ਨੇ, ਹੈ ਨਾ। ਸੋ ਕਹਿਣ ਦਾ ਮਤਲਬ ਥੋੜ੍ਹੀ ਉਮਰ ਹੁੰਦੀ ਹੈ, ਪਰ ਜਿੰਨੀ ਕੁ ਦੇਰ ਰਿਹਾ ਬਾਕੀ ਇਤਿਹਾਸ ਵੀ ਬਣਾ ਗਿਆ ਉਹ, ਹੈ ਨਾ ਜੀ। ਹਾਂਜੀ। ਤੁਸੀਂ ਕਹਿੰਦੇ ਹੋ ਕਿ ਉਸ ਤੋਂ ਬਾਅਦ ਜਦੋਂ ਜਗਤਾਰ ਸਿੰਘ ਹਵਾਰਾ ਸੁਰੰਗ ਦੇ ਰਾਹੀਂ ਬਾਹਰ ਆਉਂਦੇ ਨੇ, ਉਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਦੀ ਕਮਾਂਡ ਦੇ ਹੇਠ ਤੁਸੀਂ ਚੱਲ ਪਏ। ਉਸ ਤੋਂ ਬਾਅਦ ਕਿਹੜੇ ਐਕਸ਼ਨ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਕਮਾਂਡ ਦੇ ਹੇਠ ਬਲਜੀਤ ਸਿੰਘ ਨੇ ਕੀਤੇ? ਅਸੀਂ ਭਾਈ ਸਾਹਿਬ 2-3 ਐਕਸ਼ਨ ਵਧੀਆ ਕੀਤੇ ਨੇਗੇ। ਖੈਰ ਮੈਂ ਤਾਂ ਕਹਿੰਦਾ ਚਲੋ ਨਾ ਤਾਂ ਹੁਣ ਕੀ ਲੈਣੇ ਨੇ, ਯਾਨੀ ਕਿ ਪੁਲਿਸ ਨੂੰ ਯਕੀਨ ਨਹੀਂ ਸੀ ਵੀ ਇਹ ਖਾਲਿਸਤਾਨ ਦੀ ਮੂਵਮੈਂਟ ਨਾਲ ਸੰਬੰਧਿਤ ਨੇ ਕੇਸ। ਇਹ ਉਹਨਾਂ ਨੇ ਕਿਸੇ ਚੱਕ ਕੇ ਇੱਕ ਕੇਸ ਚੋਰ 'ਤੇ ਪਾਤਾ। ਇੱਕ ਕੋਈ ਚੁੰਨੀ ਪਿੰਡ ਦਾ ਵਿਚਾਰਾ ਆੜਤੀਆ ਸੀਗਾ,
ਉਹਨੂੰ ਕਹਿ ਦਿਖਾਤਾ ਵੀ ਇਹਨੇ 12 ਬੋਰ ਕੱਟ ਕੇ ਇਹਦੇ ਨਾਲ ਬੰਦਾ ਮਾਰਿਆ, ਜਦੋਂ ਕਿ 47 ਨਾਲ ਅਸੀਂ ਬੰਦਾ ਮਾਰਿਆ। ਪੁਲਿਸ ਨੇ ਖੁਦ ਆ ਕੇ ਰੌਂਦ ਚੁਣੇ ਨੇ, ਗੁਰਮੀਤ ਪਿੰਕੀ ਕੈਟ ਨੇ, ਉਹਦੀ ਥਾਂ 'ਤੇ ਫਿਰ ਟੋਹ ਕਰਤਿਆ। ਮਤਲਬ ਉਹਨਾਂ ਨੂੰ ਪੁਲਿਸ ਨੂੰ ਇਲਮ ਹੀ ਨਹੀਂ ਸੀ ਕਿ ਖਾਲਿਸਤਾਨੀ ਮੂਵਮੈਂਟ ਦੇ ਨਾਲ ਸੰਬੰਧਿਤ ਜਿਹੜੇ ਉਹਦੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਹੋਰ ਹੀ ਸਮਝਦੇ ਰਹੇ। ਉਹਦਾ ਜਦੋਂ 2005 'ਚ ਅਸੀਂ ਫੜ ਹੋ ਗਏ, ਅਸੀਂ ਖੁਦ ਕਬੂਲ ਕੀਤਾ ਹੈਗਾ ਵੀ ਇਹ ਅਸੀਂ ਮਾਰਿਆ, ਇਹ ਅਸੀਂ ਮਾਰਿਆ। ਪਰ ਉਹ ਪੁਲਿਸ ਨੇ ਆਪਣਾ ਲੁਕਾਉਣ ਦੇ ਮਾਰੇ, DGP ਵਿਰਕ ਸੀਗਾ, ਅਤੇ ਉੱਪਰ ਤੋਂ ਜਦੋਂ ਇਹੋ ਜਿਹੇ ਕੈਟ ਨੂੰ ਇਸ਼ਾਰਾ ਹੀ ਇਹੋ ਜਿਹਾ ਸੀਗਾ, ਉਹ ਕੁਛ ਮਰਜ਼ੀ ਕਰਦੇ ਸੀਗੇ। ਸੋ ਉਹਦੇ 'ਚ ਅਸੀਂ ਬਾਹਰ ਬਰੀ ਹੋਇਆ। ਮੈਂ ਸ਼ਰ੍ਹਾਂ ਸਾਫ ਹੀ। ਕਿੰਨੇ ਪਰਚੇ ਨੇ ਹਲੇ ਤੱਕ ਤੁਹਾਡੇ ਪਰ 1992-93 ਤੋਂ ਸਟਾਰਟਿੰਗ ਤੋਂ ਲਈਏ ਆਪਾਂ, ਇਸ ਖਾਲਿਸਤਾਨੀ ਮੂਵਮੈਂਟ ਲਹਿਰ ਦੇ ਵਿੱਚ ਕਿੰਨੇ ਪਰਚੇ ਬਲਜੀਤ ਸਿੰਘ ਦੇ ਉੱਪਰ ਹੋਏ? ਮੇਰੇ 'ਤੇ ਭਾਈ ਸਾਹਿਬ 12-13 ਦੇ ਕਰੀਬ ਪਰਚੇ ਸੀਗੇ, ਅਤੇ ਜਿਨ੍ਹਾਂ 'ਚ ਮੈਂ 2014 'ਚ ਤਕਰੀਬਨ ਸਾਰਿਆਂ 'ਚ ਬਰੀ ਹੋ ਕੇ, ਜਾਂ ਕਿਸੇ 'ਚ ਸਜ਼ਾ ਦਿੱਲੀ ਵਾਲੇ 'ਚ ਹੋਈ ਹੈ, ਬਾਕੀ ਸਾਰਿਆਂ 'ਚ ਬਰੀ ਹੋਇਆ ਮੈਂ, ਕਿਸੇ 'ਚ ਸਜ਼ਾ ਨਹੀਂ ਮੈਨੂੰ ਹੈਗੀ। ਅਕਸਰ ਦੇਖਿਆ ਜਾਂਦਾ ਹੈ ਕਿ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ, ਇੱਕ ਜੁਝਾਰੂ ਦੀ ਤੁਸੀਂ ਨੇ ਗੱਲ ਕੀਤੀ, ਕਿਸੇ ਨੂੰ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਇੰਟੈਰੋਗੇਸ਼ਨ ਕਰਨ ਦੇ ਲਈ ਲਿਜਾਇਆ ਜਾਂਦਾ, ਪੁੱਛਤਾਛ ਕਰਨ ਦੇ ਲਈ ਲਿਜਾਇਆ ਜਾਂਦਾ। ਕਿਹੜੀਆਂ ਜੇਲ੍ਹਾਂ ਦੇ ਵਿੱਚ ਤੁਹਾਨੂੰ ਅਕਸਰ ਤੁਸੀਂ ਨੇ ਜੇਲ੍ਹ ਯਾਤਰਾ ਜਿਹਨੂੰ ਆਪਾਂ ਕਹਿ ਲਈਏ, ਜੇਲ੍ਹ ਯਾਤਰਾ ਕੀਤੀ ਆ, ਕਿਹੜੀਆਂ ਜੇਲ੍ਹਾਂ ਦੇ ਵਿੱਚ ਤੁਸੀਂ ਨੇ ਆਪਣਾ ਸਮਾਂ ਜਿਹੜਾ ਹੈ ਗ੍ਰਿਫਤਾਰੀ ਤੋਂ ਬਾਅਦ ਦਾ ਤੁਸੀਂ ਬਤੀਤ ਕੀਤਾ? ਮੈਂ ਜ਼ਿਆਦਾ ਭਾਈ ਸਾਹਿਬ ਨਾਭਾ ਸਿਕਿਉਰਟੀ ਜੇਲ੍ਹ, ਬੜੈਲ ਜੇਲ੍ਹ ਚੰਡੀਗੜ੍ਹ, ਅਤੇ ਰੋਪੜ ਜੇਲ੍ਹ, ਪਟਿਆਲਾ ਜੇਲ੍ਹ, ਅਤੇ ਤਕਰੀਬਨ ਜ਼ਿਆਦਾ ਟਾਈਮ ਮੇਰਾ ਨਿਕਲਿਆ ਤਿਹਾੜ ਜੇਲ੍ਹ ਚੰਡੀਗੜ੍ਹ, ਆਪਣਾ ਦਿੱਲੀ। ਹਾਂਜੀ। ਦਿੱਲੀ ਦੀ ਜੇਲ੍ਹ ਦੇ ਹਾਲਾਤ ਆਪਾਂ ਗੱਲ ਕਰੀਏ, ਕਹਿੰਦੇ ਨੇ ਕਿ ਜੇਕਰ ਜੇਲ੍ਹ ਦੇਸ਼ ਦੇ ਵਿੱਚ ਕੋਈ ਅਸਲ ਜੇਲ੍ਹ ਮੰਨੀ ਜਾਂਦੀ ਤਾਂ ਤਿਹਾੜ ਜੇਲ੍ਹ ਦਿੱਲੀ ਮੰਨੀ ਜਾਂਦੀ। ਤੁਸੀਂ ਗ੍ਰਿਫਤਾਰ ਹੋ ਜਾਂਦੇ ਹੋ, ਉੱਥੇ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਦਾ ਜੁਝਾਰੂਆਂ ਪ੍ਰਤੀ ਰਵੱਈਆ ਕਿਹੋ ਜਿਹਾ ਸੀ, ਜਾਂ ਉਹਨਾਂ ਦਾ ਵਿਵਹਾਰ ਜਿਹੜਾ ਦਿੱਲੀ ਦੇ ਉੱਥੇ ਦੇ ਮੁਲਾਜ਼ਮਾਂ ਦਾ ਜਾਂ ਉੱਥੇ ਦੇ ਕੈਦੀਆਂ ਦਾ ਹੋਰ ਦਾ ਕੀ ਵਰਤੀਰਾ ਸੀ ਉਹਨਾਂ ਦਾ ਤੁਹਾਡੇ ਪ੍ਰਤੀ ਜਾਂ ਤੁਹਾਡੇ ਸੰਘਰਸ਼ ਦੇ ਪ੍ਰਤੀ? ਦੇਖੋ, ਦਿੱਲੀ ਜਿਹੜੀ ਤਿਹਾੜ ਜੇਲ੍ਹ ਹੈ ਭਾਈ ਸਾਹਿਬ, ਹੈ ਤਾਂ ਬਹੁਤ ਵੱਡੀ ਜੇਲ੍ਹ ਆ, ਉਹ ਏਸ਼ੀਆ ਦੀ ਨੰਬਰ 1 ਜੇਲ੍ਹ ਹੈ। ਪਰ ਮੈਂ ਦੇਖਿਆ ਉੱਥੇ ਜਿਹੜੀ ਤਾਮਿਲਨਾਡੂ ਪੁਲਿਸ ਹੈ ਨਾ ਜੀ, ਜਿਹੜੀ ਸਿਕਿਉਰਟੀ ਮੇਨ ਕਰਦੀ ਹੈ ਤਿਹਾੜ ਦੀ, ਉਹ ਵੀ ਸਾਡੀ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਨੇ। ਮੈਂ ਜਦੋਂ ਕਿ ਹੋਰ ਕੋਈ ਬੰਦੇ ਉਹਨੂੰ ਪਤਾ ਕਿਆ ਕਰਦੇ ਨੇ, ਜਦੋਂ ਜੇਲ੍ਹ 'ਚ ਬੰਦਾ ਡਿਊਟੀ 'ਚ ਆਉਂਦਾ ਨਾ, ਇੱਕ ਛੋਟਾ ਜਿਹਾ ਪਰਦਾ ਲਾਇਆ ਹੁੰਦਾ ਉਹਨਾਂ ਨੇ, ਇੱਥੋਂ ਤੱਕ ਕਿ ਨੰਗਾ ਕਰਾ ਕੇ ਤਲਾਸ਼ੀ ਲੈਂਦੇ ਆ ਉਹ। ਹਾਂ, ਹੇਠਲਾਂ ਕੱਛਾ ਵੀ ਖਿਲਾ ਕੇ ਥੱਲੇ ਇੱਕ ਸ਼ੀਸ਼ਾ ਲਾਇਆ ਹੁੰਦਾ ਹੈਗਾ ਵੀ ਉਹਦੇ 'ਤੇ ਬੈਠ ਜਾ ਥੱਲੇ। ਹਾਂ, ਅਤੇ ਸਾਡਾ ਅੱਜ ਤੱਕ ਉਹਨਾਂ ਨੇ ਕਦੇ ਕਛਹਿਰੇ ਦੇ ਨਾਲ ਨਹੀਂ ਖਿਲਾਇਆ। ਹਾਂ, ਕਹਿੰਦੇ ਵੀ ਠੀਕ ਨੇ, ਉਹ ਪਤਾ ਕਹਿੰਦੇ ਨੇ ਵੀ ਬਹੁਤ ਵਧੀਆ ਬੰਦਾ, ਉਹ ਕਹਿੰਦੇ ਨੇ ਨੱਲਾ ਮੈਨ, ਇੱਕ ਦੂਜੇ ਨੂੰ ਇਸ਼ਾਰਾ ਕਰ ਦਿੰਦੇ ਆ ਵੀ ਬੰਦਾ ਠੀਕ ਹੈ। ਇਹ ਬਸ ਇੱਕ ਫੋਰਮੈਲਿਟੀ ਕਰਦੇ ਨੇ ਇੰਨਾ, ਯਾਨੀ ਕਿ ਮੈਂ ਦੇਖਿਆ ਆਪਣੇ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਜਿਹੜੇ ਦਿੱਲੀ ਦੇ ਜੇਲ੍ਹ ਦੇ ਮੁਲਾਜ਼ਮ ਨੇ, ਪਹਿਲਾਂ ਜਿਹੜੀ ਮੂਵਮੈਂਟ ਆਪਣੀ ਰਹੀ ਹੈ ਉੱਥੇ ਬਹੁਤ ਜ਼ਿਆਦਾ ਆਪਣੇ ਖੜਗੂ ਸਿੰਘ ਰਹੇ ਨੇ ਤਿਹਾੜ 'ਚ, ਅਤੇ ਉਸ ਟਾਈਮ ਦਾ ਉਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਇੱਜ਼ਤ ਹੈ ਆਪਣੀ, ਵੀ ਯਾਰ ਇਹ ਸਰਦਾਰ ਤਾਂ ਬਹੁਤ ਹੀ ਵਧੀਆ ਬੰਦੇ ਨੇ, ਕਿ ਠੀਕ ਆ ਸਰਕਾਰਾਂ ਇਹਨਾਂ ਨਾਲ ਧੱਕਾ ਕਰ ਰਹੀਆਂ ਨੇ, ਉਹ ਆਪ ਕਹਿੰਦੇ ਆ ਇਹ ਗੱਲਾਂ, ਪਰ ਕਦੇ ਵਿਚਾਰੇ ਨੇ ਸਾਨੂੰ ਕਦੇ ਨੇ ਉਹ ਇਹ ਕਹਿ ਕੇ ਨਹੀਂ ਬੁਲਾਇਆ, ਸਰਦਾਰ ਜੀ ਕਹਿ ਕੇ ਬੁਲਾਉਂਦੇ ਆ, ਇੱਜ਼ਤ ਦਿੰਦੇ ਆ, ਉਹ ਉਹਨਾਂ ਦੀ ਪਿੱਠ ਸੁਣਦੀ ਹੈ। ਮੈਂ 7 ਸਾਲ ਰਿਹਾ, ਮੈਂ ਖੁਦ ਇਹ ਚੀਜ਼ ਆਪਣੇ ਅੱਖੀਂ ਦੇਖੀ ਹੈ। 7 ਸਾਲ ਮਤਲਬ ਤਿਹਾੜ ਜੇਲ੍ਹ ਦੇ ਵਿੱਚ? ਹਾਂਜੀ, ਮੈਂ ਰਿਹਾ, ਅਤੇ ਉੱਥੇ ਕੋਈ ਇਹੋ ਜਿਹੀ ਆਪਣੇ ਜਿਹੜੇ ਸ਼ੁਰੂ ਤੋਂ ਰਹੇ ਨੇ ਸਿੰਘ, ਚੜ੍ਹਦੀ ਕਲਾ ਵਾਲੇ ਸਿੰਘ ਰਹੇ ਨੇ ਉੱਥੇ, ਤਕਰੀਬਨ ਵੱਡੇ ਐਕਸ਼ਨਾਂ ਵਾਲੇ, ਕਿਉਂਕਿ ਫੜਦੀ ਦਿੱਲੀ ਪੁਲਿਸ ਐਡੇ ਵੱਡੇ ਐਕਸ਼ਨ ਵਾਲੇ ਨੂੰ, ਜਿਵੇਂ ਦਵਿੰਦਰਪਾਲ ਭੁੱਲਰ ਹੋ ਗਿਆ, ਭਾਈ ਹਰਜਿੰਦਰ ਸਿੰਘ ਜਿੰਦਾ ਵੀ ਰਿਹਾ ਕੁਛ ਕੁ ਟਾਈਮ, ਸਤਵੰਤ ਸਿੰਘ ਕੇਰ ਸਿੰਘ ਰਹੇ ਨੇ, ਅਤੇ ਤਕਰੀਬਨ ਸਾਰਿਆਂ ਦੇ, ਕਿਉਂਕਿ ਸਾਡੇ ਸਾਰੇ ਹਾਈ ਸਿਕਿਉਰਟੀ ਵਾਲੇ ਕੇਸ ਨੇ। ਹਾਈ ਸਿਕਿਉਰਟੀ ਇੱਕ ਅਲੱਗ ਹੱਥਾ ਹੁੰਦਾ ਜੇਲ੍ਹ 'ਚ, ਉੱਥੇ ਫਿਰ ਜਿਹੜਾ ਡਿਊਟੀ ਕਰ ਲੈਂਦਾ ਉਹ ਸਾਡੇ ਸਤਿਕਾਰ ਪ੍ਰਤੀ ਬਹੁਤ ਜ਼ਿਆਦਾ ਬੰਦਾ ਸਤਿਕਾਰ ਕਰਦਾ, ਵੀ ਯਾਰ ਵਧੀਆ ਬੰਦੇ ਨੇ, ਕਿ ਕੋਈ ਇਹੋ ਜਿਹੀ ਗੱਲ ਨਹੀਂ। ਉਹ ਤਾਂ ਸਗੋਂ ਆਪ ਸਾਨੂੰ ਕਹਿਣ ਲੱਗ ਜਾਂਦੇ ਵੀ ਤੁਸੀਂ ਯਾਰ ਇਹੋ ਜਿਹੇ ਵਧੀਆ ਬੰਦੇ ਹੋ, ਤੁਸੀਂ ਇਹੋ ਜਿਹੇ ਕੇਸਾਂ 'ਚ ਕਿਉਂ ਆ ਜਾਂਦੇ ਹੋ। ਖੈਰ ਉਹਨਾਂ ਦੀ ਯਾਰ ਆਪਣੀ ਸੋਚ ਹੈ, ਹੈ ਨਾ, ਆਪਣੀ ਸੋਚ ਹੈ। ਫਿਰ ਜਦੋਂ ਉਹਨੂੰ ਦੱਸੀਦਾ ਵੀ ਐਂ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ, ਸਗੋਂ ਸਰਕਾਰਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ। ਮਤਲਬ ਸਿੰਘਾਂ ਦੀ ਹਮਾਇਤ ਜਿਹੜੀ ਆ ਉਹ ਕਿਤੇ। ਹਾਂਜੀ, ਬਹੁਤ। ਭਾਈ ਸਾਹਿਬ, ਗੱਲ ਕਹਿੰਦੇ ਕਿ ਤਸ਼ੱਦਦ ਜੇਲ੍ਹ ਦੇ ਵਿੱਚ, ਜਾਂ ਜਦੋਂ ਹਲੇ ਪੁੱਛਗਿੱਛ ਚੱਲ ਰਹੀ ਹੁੰਦੀ ਆ, ਹਲੇ ਸਜ਼ਾ ਨਹੀਂ ਹੋਈ ਹੁੰਦੀ, ਤਸ਼ੱਦਦ ਬਹੁਤ ਭੈੜਾ। ਕਹਿੰਦੇ ਕਿ ਪੰਜਾਬ ਪੁਲਿਸ ਦੀ ਜਿਹੜੀ ਕੁੱਟ ਆ ਉਹ ਦੁਨੀਆ ਦੇ ਵਿੱਚ ਸਭ ਤੋਂ ਬੁਰੀ ਕੁੱਟ ਆ, ਸਭ ਤੋਂ ਬੁਰੀ ਤਰ੍ਹਾਂ ਜਿਹੜਾ ਤਸ਼ੱਦਦ ਕਰਦੇ ਨੇ। ਤੁਸੀਂ ਨੇ ਖੁਦ ਆਪਣੇ ਓਬਵੀਅਸ ਆ ਕਿ ਜਦੋਂ ਐਡੇ ਕੇਸ ਨੇ, ਫਿਜ਼ੀਕਲ ਟੌਰਚਰ ਵੀ ਤੁਸੀਂ ਨੇ ਝੱਲਿਆ ਹੋਊਗਾ, ਕਿਸ ਤਰ੍ਹਾਂ ਦਾ ਟੌਰਚਰ ਉਹ ਕਰਦੇ ਨੇ, ਕੀ ਤਰੀਕੇ ਨੇ ਜਿਹੜੇ ਹਾਲੇ ਤੱਕ ਲੋਕਾਂ ਦੇ ਕੋਲ ਬਾਹਰ ਨਹੀਂ ਆਏ ਅਤੇ ਤੁਸੀਂ ਦੇ ਉੱਪਰ ਹੰਢਾਏ ਨੇ? ਗੱਲ ਭਾਈ ਸਾਹਿਬ ਐਂ ਵੀ ਪੰਜਾਬ ਪੁਲਿਸ ਤਾਂ ਕਰਦੀ ਹੈ ਬਹੁਤ ਭੈੜੇ ਤਰੀਕੇ ਨਾਲ ਇੰਟੈਰੋਗੇਟ, ਦਿੱਲੀ ਵਾਲੇ ਨਹੀਂ ਇੰਨਾ ਕਰਦੇ ਹੈਗੇ। ਪੰਜਾਬ ਪੁਲਿਸ ਵਾਲਿਆਂ ਕੋਲ ਸਿਰਫ, ਕਿਉਂਕਿ ਦਿੱਲੀ ਵਾਲਿਆਂ ਕੋਲ ਕਲਮ ਹੈ, ਉਹਨਾਂ ਨੇ ਤੁਹਾਨੂੰ ਔਨ ਰਿਕਾਰਡ ਸਾਰਾ ਕੁਛ ਕੇਸ ਲੈ ਕੇ ਫਿਰ ਗ੍ਰਿਫਤਾਰ ਕਰਨਾ ਹੈਗਾ। ਇਹ ਕਰਦੇ ਨੇ ਵੀ ਫੜ ਲਿਆ ਬੰਦਾ ਐਡੇ ਨਾਮ ਵਾਲਾ, ਉਹਨੂੰ ਫੜ ਕੇ ਨੰਗਾ ਕਰ ਲਓ, ਚੱਡੇ ਪਾੜਨੇ ਇਹਨਾਂ ਨੇ, ਮੇਨ ਗੱਲ ਇਹਨਾਂ ਦੀ ਚੱਡੇ ਪਾੜਨੇ, ਫਿਰ ਗੁਪਤੰਗਾਂ ਦੇ ਕਰੰਟ ਲਾਉਣਾ ਗੁਪਤੰਗਾਂ ਦੇ, ਇਹਦੇ 'ਤੇ ਘੋਟਾ ਲਾਉਣਾ ਪੱਟਾਂ ਦੇ ਉੱਤੇ ਚੜ੍ਹ ਕੇ 3 ਮੁਲਾਜ਼ਮ।
ਮੇਰੇ ਨਾਲ ਬਹੁਤ ਜ਼ਿਆਦਾ ਖੁੰਦਾ ਖਾਂਦੇ ਰਹੇ ਨੇ ਮੁਲਾਜ਼ਮ, ਕਹਿੰਦੇ ਇਹ ਚੌੜਾ ਹੋ ਕੇ ਤੁਰਦਾ ਗਾ। ਇੱਥੇ ਮੇਰਾ ਹੰਸ ਟੁੱਟਿਆ ਹੋਇਆ ਗਾ, ਆਹ ਵੱਟ ਮਾਰਿਆ ਹੋਇਆ ਇਹਨਾਂ ਨੇ। ਹਾਂ, ਪੁਲਿਸ ਤਸ਼ੱਦਦ ਦੇ ਵਿੱਚ ਤੁਹਾਡੇ ਹਾਂ, ਇਹ ਸੰਗਰੂਰ ਸਰਜੀਤ ਗਰੇਵਾਲ ਨੇ ਵੱਟ ਮਾਰਿਆ ਹੋਇਆ 303 ਦਾ। ਅਤੇ ਫਿਰ ਪਾਣੀ ਦਾ ਇਹ ਕਰਦੇ ਨੇ, ਪਾਣੀ 'ਚ ਡਬੋ ਕੇ ਬਾਲਾਂ ਤੋਂ ਫੜ ਕੇ ਪਿੱਛੇ ਹੱਥ ਬੰਨ੍ਹ ਕੇ ਪਾਣੀ 'ਚ ਡਬੋਨੇ ਆ। ਅਤੇ ਰੱਸੇ ਤਾਂ ਹੁਣ ਘੱਟ ਕਰਦੇ, ਰੱਸਾ ਤਕਰੀਬਨ ਜਿਹੜਾ ਲੱਡਾ ਗੁੱਟੀ ਸੰਗਰੂਰ ਹੈ ਉੱਥੇ ਹੁਣ ਵੀ ਬੁੱਚੜ ਅਫਸਰ ਸੀ ਲਗੇ ਹੋਏ। ਹਰਿੰਦਰ ਚਹਿਲ ਜਿਹੜਾ DIG ਰਿਟਾਇਰ ਹੋਇਆ, ਕਿਉਂਕਿ ਪਹਿਲਾਂ DSP ਉਹ ਸੀਗਾ ਜਗਰਾਓਂ, ਜਿਹੜਾ ਸਾਡਾ ਜਥੇਦਾਰ ਕੌਂਕੇ, ਉਸੇ ਨੇ ਸ਼ਹੀਦ ਕੀਤਾ ਸੀਗਾ। ਸਰਜੀਤ ਗਰੇਵਾਲ ਹੋ ਗਿਆ, ਉਹ ਸ਼ੁਰੂ ਤੋਂ ਸੀ ਸਟਾਫ 'ਚ ਬੁੱਚੜ ਅਫਸਰ ਵਜੋਂ ਗਿਣਿਆ ਜਾਂਦਾ ਗਾ। ਇਹ ਦੋ ਮੇਨ ਸੀਗੇ ਉੱਥੇ। ਹੁਣ ਤਾਂ ਗਰੇਵਾਲ ਦਾ ਆਪ ਜੇਲ੍ਹ 'ਚ ਬੈਠਿਆ ਗਾ। ਸੋ ਇਹੋ ਜਿਹੇ ਬੁੱਚੜ ਅਫਸਰ ਹੈ। ਗੁਰਮੀਤ ਪਿੰਕੀ ਹੈ ਇੱਧਰ, ਇਹਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਜਦੋਂ ਸਿੰਘਣੀ ਗ੍ਰਿਫਤਾਰ ਕੀਤੀ ਹੈ, ਖੁਦ ਇਹਨੇ ਆਪ ਇੰਟਰੋਗੇਟ ਕੀਤਾ ਉਹਨੂੰ, ਅਤੇ ਉਹਦੇ ਸਿਰ ਦੇ ਵਿੱਚ ਇਹਨੇ 303 ਦਾ ਵੱਟ ਮਾਰਿਆ ਸਿਰ 'ਚ, ਸਿੰਘਣੀ ਦੇ ਹਰਦੀਪ ਕੌਰ ਦੇ। ਜਦੋਂ ਉਹਨੇ ਵੱਟ ਮਾਰਿਆ ਅਤੇ ਵੱਟ ਤੋਂ ਬਾਅਦ ਉਹ ਚਲੋ ਇੰਟਰੋਗੇਟ ਸਹਿ ਗਈ, ਉਹ ਜੇਲ੍ਹ ਚਲੀ ਗਈ। ਜੇਲ੍ਹ ਦੇ ਵਿੱਚ ਉਹ ਵੱਟ ਨਾਲ ਇਹ ਫੋੜਾ ਹੋ ਗਿਆ ਉਹਦੇ ਦਿਮਾਗ 'ਚ, ਉੱਥੋਂ ਉਹਦਾ ਕੈਂਸਰ ਬਣ ਗਿਆ। ਕੈਂਸਰ ਬਣਨ ਤੋਂ ਬਾਅਦ ਉਹਦੀ ਵਿਚਾਰੀ ਦੀ ਮੌਤ ਹੋਈ ਹੈ, ਡੈਥ ਹੋਈ ਹੈ। ਸੋ ਕਹਿਣ ਦਾ ਮਤਲਬ ਇਹੋ ਜਿਹੇ ਤਰੀਕੇ ਨਾਲ ਇਹ ਇੰਟਰੋਗੇਟ ਕਰਦੇ ਨੇ ਵੀ ਚਾਹੇ ਬੰਦਾ ਮਰਦਾ ਮਰੀ ਜਾਵੇ, ਇਹਨਾਂ ਨੂੰ ਨਾ ਕੋਈ ਨਾ ਪਰਵਾਹ, ਨਾ ਇਹਨੂੰ ਪੁੱਛਣ ਵਾਲਾ ਕੋਈ। ਆਖਰ ਕਿਉਂ ਨਹੀਂ ਭਾਈ ਸਾਹਿਬ ਗੱਲ ਕਿ ਪੁਲਿਸ ਵੀ ਇੱਕ ਦਾਇਰੇ ਦੇ ਵਿੱਚ ਬੰਨੀ ਹੁੰਦੀ? ਜਦੋਂ ਪੁਲਿਸ ਦੇ ਵਿੱਚ ਤੁਸੀਂ ਖੁਦ ਰਹੇ ਹੋ 2 ਸਾਲ, ਕਿ ਇੱਕ ਸੰਵਿਧਾਨ ਦੀ ਸਹੁੰ ਚੁਕਾਈ ਜਾਂਦੀ ਹੈ ਕਿ ਮੈਂ ਸੰਵਿਧਾਨ ਦੇ ਪ੍ਰਤੀ ਵਫਾਦਾਰ ਰਹੂੰਗਾ, ਕਿਉਂ ਫਿਰ ਇੰਨਾ ਜ਼ਾਲਮਾਨਾ ਤਰੀਕਾ ਪੁਲਿਸ ਕਿਉਂ ਵਰਤਾਉਂਦੀ ਆ? ਕਿ ਹੋਰ ਕੋਈ ਪੁਲਿਸ ਦੇ ਕੋਲ ਰਾਹ ਨਹੀਂ ਬਚਦਾ, ਜਾਂ ਸਿਰਫ ਆਪਣੀ ਵਾਹੋ ਵਾਹੀ ਖੱਟਣ ਦੇ ਲਈ ਉਹ ਇਸ ਤਰ੍ਹਾਂ ਕਰਦੇ? ਇੱਕ ਤਾਂ ਭਾਈ ਸਾਹਿਬ ਵਾਹੋ ਵਾਹੀ ਖੱਟਣ ਲਈ, ਦੂਜਾ ਇਹਨਾਂ ਨੂੰ KPS ਗਿੱਲ ਨੇ ਪੁਲਿਸ ਨੂੰ ਇਹੋ ਜਿਹਾ ਮੂੰਹ ਨੂੰ ਖੂਨ ਲਾਤਾ ਵੀ ਤੁਸੀਂ ਇੱਕ ਬੰਦਾ ਮਾਰੋ, ਆਪਣਾ ਰੈਂਕ ਚੱਕੋ। ਉਸ ਟਾਈਮ ਮੈਂ ਖੁਦ ਦੇਖਿਆ ਵੀ ਜਿਹੜੇ ਹੌਲਦਾਰ ਤੋਂ DSP ਤੱਕ ਕੁਛ ਕੁ ਸਾਲਾਂ 'ਚ ਬਣ ਗਏ। ਸੋ ਜਿਹੜੇ ਇਹੋ ਜਿਹੇ ਬੰਦੇ ਨੇਗੇ, ਉਹਨਾਂ ਨੂੰ ਪਤਾ ਵੀ ਸਾਡੇ ਅਫਸਰ ਵੀ ਉੱਪਰ ਇਹੋ ਜਿਹੇ ਨੇ, ਪੁੱਛਣ ਵਾਲਾ ਕੌਣ ਹੈ? ਕੋਈ ਵੀ ਨਹੀਂ। ਜਿਹਨੂੰ ਮਰਜ਼ੀ ਚੱਕ ਕੇ ਮਾਰਤਾ, ਜਿਹਨੂੰ ਮਰਜ਼ੀ ਚੱਕ ਕੇ ਖਪਾਤਾ, ਕੋਈ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਸੀਗਾ। ਉਸ ਟਾਈਮ ਪੁਲਿਸ ਦਾ ਰਵੱਈਆ ਇਹ ਸੀਗਾ 95 ਤੋਂ ਪਹਿਲਾਂ। 95 ਤੋਂ ਬਾਅਦ ਵੀ ਇਹੀ ਰਿਹਾ। ਤੁਹਾਨੂੰ ਮੈਂ 2004 ਦੀ ਘਟਨਾ ਦੱਸ ਗਿਆ ਹੈ ਨਾ, ਵੀ ਇਹਨਾਂ ਨੂੰ ਨਾ ਕੋਈ ਪੁੱਛਣ ਵਾਲਾ। ਉਸ ਕੇਸ 'ਚ ਨਾ ਇਹਨਾਂ ਦੀ ਇਨਕੁਆਇਰੀ ਹੋਈ ਵੀ ਭਾਈ ਬੰਦੇ ਦਾ ਅਸਲੀ ਇਹ ਨੇ ਜਿਹਨਾਂ ਨੇ ਮਾਰਿਆ, ਤੁਸੀਂ ਫੜ ਕੇ ਵਿਚਾਰੇ ਗਰੀਬ ਨੂੰ ਦੇਤਾ ਅੰਦਰ। ਇਹਨੂੰ ਪੁੱਛਣ ਵਾਲੀ ਹੈ ਨਹੀਂ ਕੋਈ। ਇਹ ਤਾਜ਼ੀ ਘਟਨਾ ਦੱਸ ਰਿਹਾ ਤੁਹਾਨੂੰ ਮੈਂ 4 ਦੀਆਂ। ਪੁਰਾਣੇ ਟਾਈਮ 'ਚ ਦੇਖ ਲਓ, ਇਸ ਤੋਂ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀ ਕਰਦੇ ਰਹੇ ਨੇ, ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ। ਭਾਈ ਸਾਹਿਬ ਤੁਹਾਡੇ ਲੰਮਾ ਸਮਾਂ ਆਪਣੇ ਕੀਤਿਆਂ ਦੀ ਕਹਿ ਲਓ ਕਿ ਸਜ਼ਾ ਤੁਸੀਂ ਭੁਗਤ ਲੈਂਦੇ ਹੋ, ਤੁਹਾਡੇ ਪਰ ਮੁਕੱਦਮੇ ਜਿਹੜੇ ਨੇ ਹੋ ਜਾਂਦੇ ਨੇ। ਉਸ ਤੋਂ ਬਾਅਦ ਜੇਲ੍ਹ ਯਾਤਰਾ ਜਿਹੜੀ ਆ ਸਮਾਪਤ ਕਦੋਂ ਹੁੰਦੀ ਆ? ਤੁਸੀਂ ਬਾਹਰ ਕਦੋਂ ਆਉਂਦੇ ਹੋ ਆਪਣੀ ਸਜ਼ਾਵਾਂ ਜਿਹੜੀਆਂ ਪੂਰੀਆਂ ਕਰ? ਮੇਰੀ ਭਾਈ ਸਾਹਿਬ 2014 'ਚ ਲਾਸਟ 'ਚ ਮੈਂ ਬਾਹਰ ਆਇਆ ਗਾ। ਲਾਸਟ 'ਚ ਤਕਰੀਬਨ ਸਾਰੇ ਕੇਸ ਮੇਰੇ ਫਾਈਨਲ ਹੋ ਗਏ, ਅਤੇ 15 'ਚ ਮੇਰਾ ਐਕਸੀਡੈਂਟ ਹੋ ਗਿਆ, ਜਿਸ ਕਰਕੇ ਮੈਨੂੰ 2-3 ਸਾਲ ਬੈੱਡ 'ਤੇ ਰਹਿਣਾ ਪਿਆ। ਫਿਰ ਮੈਂ ਇਹ 19 'ਚ ਆਪਰੇਸ਼ਨ ਕਰਾਇਆ ਆਪਣਾ। ਹੁਣ ਮੈਂ ਬਿਲਕੁਲ ਠੀਕ ਠਾਕ ਹੈ, ਚੜ੍ਹਦੀ ਕਲਾ 'ਚ, ਕੋਈ ਗੱਲ ਨਹੀਂ ਤੁਹਾਡੇ ਸਾਹਮਣੇ। ਹੁਣ ਮੈਂ ਸਾਲ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਲੱਗਿਆ ਹੋਇਆ ਗਾ। ਗੱਲ ਆ ਕਿ ਇੱਕ ਕੈਪਟਨ ਦਾ ਬੇਟਾ, ਪੜ੍ਹਿਆ ਲਿਖਿਆ ਨੌਜਵਾਨ, ਜਿਹੜਾ ਕਾਲਜ ਲਾਈਫ ਚੰਗੀ ਇੰਜੋਏ ਕੀਤੀ, ਚੰਗਾ ਪੜ੍ਹਿਆ ਲਿਖਿਆ, ਪੁਲਿਸ ਦੇ ਵਿੱਚ ਰਿਹਾ, ਅੱਜ ਦੀ ਜ਼ਿੰਦਗੀ ਜਿਹੜੀ ਆ ਇਨਕਮ ਸੋਰਸ ਕੀ ਆ ਮੌਕੇ ਦਾ, ਅਤੇ ਅੱਜ ਦੀ ਲਾਈਫ ਕੀ ਸੋਚਦੇ ਹੋ? ਕਿਵੇਂ ਗੁਜ਼ਰ ਬਸਰ ਜਿਹੜੀ ਆ ਕਿਵੇਂ ਹੋ ਰਹੀ ਆ? ਗੁਜ਼ਰ ਬਸਰ ਭਾਈ ਸਾਹਿਬ ਵਧੀਆ ਹੋ ਰਹੀ ਹੈ। ਕੁਛ ਸੱਜਣ ਮਿੱਤਰ ਇਹੋ ਜਿਹੇ ਹੈਗੇ ਨੇ ਜਿਹੜੇ ਹੈਲਪ ਕਰ ਦਿੰਦੇ ਆ ਮੌਕੇ 'ਤੇ, ਅਤੇ ਪਰਿਵਾਰ ਵੱਲੋਂ ਵਧੀਆ ਉਹ ਹੈ। ਕੋਈ ਇਹੋ ਜਿਹੀ ਗੱਲ ਨਹੀਂ ਕਿ ਫਾਦਰ ਸਾਹਿਬ ਮੇਰੇ ਇੱਕ ਅਫਸਰ ਰਿਟਾਇਰ ਨੇਗੇ, ਬਸ ਖਰਚਾ ਪਾਣੀ ਚੱਲੀ ਜਾਂਦਾ। ਬ੍ਰਦਰ ਹੈ ਮੇਰਾ ਵਧੀਆ ਲਾਈਫ ਇੰਸ਼ੋਰੈਂਸ ਲੱਗਿਆ ਹੋਇਆ, ਡਿਪਟੀ ਮੈਨੇਜਰ ਹੈ ਉਹ। ਸੋ ਚੰਗੀਆਂ ਪੋਸਟਾਂ ਦੇ, ਵਧੀਆ ਪਰਿਵਾਰ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਅਤੇ ਇਨਕਮ ਦਾ ਸੋਰਸ ਆਪੇ ਰੱਬ ਉੱਪਰ ਵਾਲਾ ਹੈਗਾ, ਦੇਣ ਵਾਲਾ ਬਣੀ ਜਾਂਦਾ ਹੈਗਾ ਜੀ, ਆਪੇ ਬਣੀ ਜਾਂਦਾ। ਭਾਈ ਸਾਹਿਬ ਜੀ, ਖਾਲਿਸਤਾਨੀ ਮੂਵਮੈਂਟ ਦੀ ਗੱਲ ਕਰੀਏ, ਬਹੁਤ ਨੌਜਵਾਨ ਜਿਹੜੇ ਨੇ ਪੁਲਿਸ ਨੇ ਮਾਰ ਦਿੱਤੇ ਜਾਂ ਖਪਾ ਦਿੱਤੇ ਗਏ। ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਵੀ ਸਾਰੇ ਦਾਅਵੇ ਜਿਹੜੇ ਕਰਦੀ ਆ ਕਿ ਸਾਰਾ ਰਿਕਾਰਡ ਭਾਈ ਜਸਵੰਤ ਸਿੰਘ ਖਾਲੜਾ ਨੇ ਕਰ ਦਿੱਤਾ। ਕਹਿੰਦੇ ਇੰਨੀਆਂ ਕੁਰਬਾਨੀਆਂ, 1.5-2 ਲੱਖ ਨੌਜਵਾਨ ਦੀਆਂ ਕੁਰਬਾਨੀਆਂ ਹੋਣ ਤੋਂ ਬਾਵਜੂਦ ਵੀ ਖਾਲਿਸਤਾਨੀ ਮੂਵਮੈਂਟ ਦੇ ਖਤਮ ਹੋਣ ਦਾ ਕਾਰਨ ਕੀ ਹੋ ਸਕਦਾ ਹੈ? ਬਲਜੀਤ ਸਿੰਘ ਭਾਊ ਕੀ ਸੋਚ ਰਿਹਾ? ਨਹੀਂ, ਮੂਵਮੈਂਟ ਭਾਈ ਸਾਹਿਬ ਦੇਖੋ, ਮੰਨਦੇ ਆ ਪੁਲਿਸ ਨੇ 1.5-2 ਲੱਖ ਨੌਜਵਾਨ ਸਾਡਾ ਨਜਾਇਜ਼ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਹੈਗਾ, ਠੀਕ ਹੈ ਜੀ। ਰਿਪੋਰਟਾਂ ਵੀ ਜਦੋਂ ਕਿ ਨਸਰ ਹੋ ਚੁੱਕੀਆਂ। ਜਸਵੰਤ ਸਿੰਘ ਖਾਲੜਾ ਦੀ, ਉਹਨੇ 3 ਜ਼ਿਲ੍ਹਿਆਂ ਦੇ ਹਜੇ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਦਿੱਤਾ ਸੀਗਾ ਹਿਊਮਨ ਰਾਈਟਸ ਨੂੰ।
ਉਹ ਵੀ ਚੱਕ ਕੇ ਖਪਾਤਾ ਪੁਲਿਸ ਨੇ। ਸੋ ਕਹਿਣ ਦਾ ਮਤਲਬ ਹੈ ਵੀ ਉਸ ਟਾਈਮ ਪੁਲਿਸ ਦੇ ਖਿਲਾਫ ਜਿਹੜਾ ਬੋਲਦਾ ਸੀ ਪੁਲਿਸ ਚੱਕ ਕੇ ਐਂ ਮਾਰੇ ਦਿੰਦੀ ਸੀ ਉਹਨੂੰ, ਠੀਕ ਹੈ ਜੀ। ਸੋ ਫਿਰ ਵੀ ਚਲੋ ਸਾਡੇ ਨੌਜਵਾਨਾਂ ਨੇ ਸਿਰਾਂ ਦੇ ਕੱਫਣ ਬੰਨ੍ਹ ਕੇ ਇੱਕ ਲੜਾਈ ਲੜੀ ਹੈ 10-12 ਸਾਲ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਇਤਿਹਾਸ ਹੈ। ਸਾਡੇ ਕੋਲ ਕੋਈ ਭੂਗੋਲਿਕ ਖੇਤਰ ਜਿਹੜਾ ਹੈਗਾ ਮੈਦਾਨੀ ਇਲਾਕਾ, ਕੋਈ ਸਾਡੇ ਕੋਲ ਜੰਗਲ ਨਹੀਂ, ਕੋਈ ਸਾਡੇ ਕੋਲ ਪਹਾੜ ਨਹੀਂ ਹੈਗਾ, ਕੋਈ ਸਾਡੇ ਕੋਲ ਏਡੇ ਵਧੀਆ ਕੋਈ ਸਾਨੂੰ ਦੇਸ਼ ਹਥਿਆਰ ਨਹੀਂ ਦੇ ਰਿਹਾ। ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਪਾਕਿਸਤਾਨ ਨੂੰ ਸਪੋਰਟ ਕਰ ਰਿਹਾ, ਪਾਕਿਸਤਾਨ ਸਪੋਰਟ ਬਿਨਾਂ ਪੈਸੇ ਤੋਂ ਕੁਛ ਨਹੀਂ ਕਰਦਾ, ਪੈਸੇ ਹੀ ਦੇ ਕੇ ਉਹ ਹਥਿਆਰ ਦਿੰਦਾ, ਉਹ ਚਾਹੇ ਕਰਾਉਂਦ ਵੀ ਦਿੰਦਾ ਹੈਗਾ। ਕਸ਼ਮੀਰ 'ਚ ਅਲੱਗ ਚੀਜ਼ ਹੈ। ਮੇਰੇ ਨਾਲ ਕਸ਼ਮੀਰੀ ਮੂਵਮੈਂਟ ਦੇ ਮੁੰਡੇ ਬਹੁਤ ਰਹੇ ਨੇਗੇ। ਜਦੋਂ ਜੇਲ੍ਹ 'ਚ ਤਿਹਾੜ 'ਚ ਅਖਬਾਰਾਂ 'ਚ ਆਉਂਦਾ ਵੀ ਇੰਨੀ ਖੇਪ ਫੜੀ ਗਈ, ਅਸੀਂ ਖੁਦ ਹੈਰਾਨ ਹੁੰਦੇ ਹਾਂ ਵੀ ਤੁਹਾਨੂੰ ਤਾਂ ਪਾਕਿਸਤਾਨ ਖੁੱਲ੍ਹਾ ਅਸਲਾ ਦੇ ਰਿਹਾ ਹੈਗਾ, ਠੀਕ ਆ। ਪਰ ਗੱਲ ਆ ਵੀ ਆਪਣੇ 'ਚ ਜਿਹੜੇ ਮੁੰਡੇ ਨੌਜਵਾਨ ਸੀ ਨਾ, ਉਹ ਆਪਣਾ ਸਰੀਰਕ ਤੌਰ 'ਤੇ ਤਕੜੇ ਸੀਗੇ। ਇਹੋ ਜਿਹੀਆਂ ਪੁਲਿਸ ਦੀਆਂ ਕੁੱਟਾਂ ਝੱਲੀਆਂ ਨੇ ਉਹਨਾਂ ਨੇ, ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ। ਉਸ ਟਾਈਮ ਪੁਲਿਸ ਤਾਂ ਐਂ ਸੀ ਨਾ, ਜਦੋਂ ਇੰਟੈਰੋਗੇਟਾਂ ਕਰਦੀ ਸੀ, ਚਾਹੇ ਮਰਦਾ ਮਰੀ ਜਾਵੇ, ਬਚ ਗਿਆ ਤਾਂ ਇਹਦੀ ਕਿਸਮਤ ਹੈ। ਉਹ ਵੀ ਝੱਲ ਲਿਆ ਨਹੀਂ ਗੇ ਨੌਜਵਾਨਾਂ ਨੇ, ਠੀਕ ਹੈ ਜੀ। ਫਿਰ ਆਪਣਾ ਜਿਹੜਾ ਇੱਥੇ ਭੂਗੋਲਿਕ ਸਥਿਤੀ ਹੈ ਆਪਣੀ, ਇੱਕ ਲੱਖ ਠੰਡ ਵੀ ਆਉਂਦੀ ਹੈ, ਗਰਮੀ ਵੀ ਆਉਂਦੀ ਹੈ, ਆਪਾਂ ਸਾਰੀ ਉਸ 'ਚ ਰਹਿਣ ਦੇ ਆਦੀ ਹੈ। ਸੋ ਜਿਹੜਾ ਆਪਣਾ ਨੌਜਵਾਨ ਹੈ ਪੰਜਾਬ ਦਾ, ਖਾੜਕੂ ਮੂਵਮੈਂਟ ਦੇ ਵਿੱਚ ਜਿਹਨਾਂ ਨੇ ਸੇਵਾ ਕੀਤੀ ਹੈ, ਜਦੋਂ ਸੀਮਿਤ ਜਿਹੇ ਹਥਿਆਰ ਸੀਗੇ, ਉਹਦੇ ਨਾਲ ਹੀ ਅਸੀਂ ਬਹੁਤ ਹੀ ਵੱਡੀ ਜੰਗ ਲੜੀ ਹੈ ਸੈਂਟਰ ਦੇ ਖਿਲਾਫ। 10-12 ਸਾਲ ਕੋਈ ਛੋਟੀ ਗੱਲ ਨਹੀਂ ਹੈਗੀ। ਸੋ ਸਾਨੂੰ ਮਾਣ ਹੈ ਆਪਣੇ ਖਾੜਕੂ ਸਿੰਘਾਂ ਦੇ, ਜਾਂ ਜਿਹੜੇ ਸ਼ਹੀਦ ਹੋ ਗਏ ਜਾਂ ਜਿਹੜੇ ਹਜੇ ਵੀ ਆਪਣੇ ਜੇਲ੍ਹਾਂ 'ਚ ਬੈਠੇ ਨੇਗੇ। ਕੋਈ ਬਹੁਤ ਹੀ ਵਧੀਆ ਅਸੀਂ ਕੰਮ ਕੀਤਾ ਗਾ। ਤੁਸੀਂ ਪਰਸਨਲ ਤੌਰ 'ਤੇ ਗੱਲ ਕਰੀਏ ਕਿ ਜਦੋਂ ਆਪਣਾ ਪੁਰਾਣੇ ਕੀਤੇ ਕੰਮ ਦੇਖਦੇ ਹੋ, ਪੁਰਾਣੀ ਮੂਵਮੈਂਟ ਦੇ ਵਿੱਚ ਪਾਇਆ ਯੋਗਦਾਨ ਦੇਖਦੇ ਹੋ, ਕਿਤੇ ਇਕੱਲੇ ਬੈਠ ਕੇ ਸੋਚਦੇ ਹੋ, ਕਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਇਆ ਕਿ ਯਾਰ ਮੈਨੂੰ ਤਾਂ ਚੰਗੀ ਭਲੀ ਨੌਕਰੀ ਮਿਲ ਗਈ ਸੀ, ਜੇਕਰ ਮੈਂ ਹਥਿਆਰ ਨਾ ਚੱਕਦਾ ਤਾਂ ਅੱਜ ਹੋ ਸਕਦਾ ਕਿ ਬਲਜੀਤ ਸਿੰਘ ਭਾਊ ਵੀ ਚੰਗੀ ਪੋਸਟ ਦੇ ਉੱਪਰ ਰਹਿ ਕੇ ਪੁਲਿਸ ਦੇ ਵਿੱਚ ਆਪਣੀ ਜਿਹੜੀ ਆ ਚੰਗੀ ਨੌਕਰੀ, ਚੰਗਾ ਪੈਸਾ ਜਿਹੜਾ ਕਮਾ ਲੈਂਦਾ? ਨਹੀਂ, ਉਹਦੇ ਨਾਲ ਭਾਈ ਸਾਹਿਬ ਇੱਕ ਮੈਨੂੰ ਪਰਿਵਾਰ ਯਾਦ ਕਰਦਾ, ਜਾਂ ਕੋਈ ਮਹਿਕਮਾ ਥੋੜ੍ਹਾ ਜਿਹਾ ਯਾਦ ਕਰਦਾ। ਹੁਣ ਮੈਂ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਹੀ ਵੱਡਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵੀ ਜਿਹੜੀ ਮੈਂ ਖਾੜਕੂ ਮੂਵਮੈਂਟ 'ਚ ਸੇਵਾ ਕੀਤੀ ਹੈ। ਅੱਜ ਇੱਕ ਇੰਟਰਨੈਸ਼ਨਲ ਲੈਵਲ 'ਤੇ ਮੇਰਾ ਸਤਿਕਾਰ ਦੇ ਨਾਲ ਨਾਂ ਲਿਆ ਜਾਂਦਾ ਵੀ ਬਲਜੀਤ ਸਿੰਘ ਭਾਊ ਇੱਕ ਭਾਈ ਜਗਤਾਰ ਸਿੰਘ ਹਵਾਰਾ ਦਾ ਨੇੜਲਾ ਸਾਥੀ ਹੈ। ਸੋ ਉਸ 'ਚ ਰਹਿ ਕੇ ਮੈਨੂੰ ਏਡਾ, ਜਾਂ ਕਿਸੇ ਮਹਿਕਮੇ 'ਚ ਰਹਿ ਕੇ ਏਡਾ ਸਤਿਕਾਰ ਨਹੀਂ ਮਿਲਣਾ ਸੀਗਾ। ਸੋ ਮੈਂ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰ ਕਰਦਾ ਵੀ ਮੇਰੇ ਪਰਿਵਾਰ ਨੂੰ ਵੀ ਮੈਂ ਉਹਨਾਂ ਨੂੰ ਸਮਝਦਾ ਵੀ ਜਿਨ੍ਹਾਂ ਨੇ ਇਸ ਮੂਵਮੈਂਟ ਦੇ ਵਿੱਚ ਸੇਵਾ ਕੀਤੀ ਹੈ, ਉਹਨਾਂ ਦੇ ਬੱਚੇ ਨੇ, ਹੈ ਨਾ। ਸੋ ਮੈਂ ਤਾਂ ਇਹਨੂੰ ਕੋਈ ਉਹ ਨਹੀਂ ਕਰਦਾ, ਵਧੀਆ ਸਮਝਦਾ ਜੀ। ਧੰਨ ਭਾਗ ਨੇ ਮੇਰੇ। ਅੱਜ ਦੇ ਸਮੇਂ ਦੀ ਗੱਲ ਕਰੀਏ, ਕਹਿੰਦੇ ਕਿ ਅੱਜ ਕੱਲ੍ਹ ਗੈਂਗਸਟਰ ਕਹਿ ਕੇ ਨੌਜਵਾਨ ਜਿਹੜੇ ਨੇ ਮਾਰੇ ਜਾਂਦੇ ਨੇ। ਸਮੇਂ ਤੁਸੀਂ ਦੇਖਦੇ ਹੁੰਦੇ ਹੋ ਕਿ ਮੁਕਾਬਲਾ ਗੈਂਗਸਟਰ ਦਾ ਹੋ ਜਾਂਦਾ, ਗੈਂਗਸਟਰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ। ਕੋਈ ਲੱਗਦਾ ਕਿ ਸਰਕਾਰ ਦੇ ਵਰਤੀਰੇ ਦੇ ਵਿੱਚ ਕੋਈ ਬਦਲ ਆਇਆ ਕਿ ਪਹਿਲਾਂ ਖਾੜਕੂ ਕਹਿ ਕੇ ਨੌਜਵਾਨ ਮੁਕਾ ਦਿੱਤੇ ਗਏ, ਅੱਜ ਕੱਲ੍ਹ ਉਹੀ ਖੇਡ ਜਿਹੜੀ ਆ ਨੌਜਵਾਨਾਂ ਦੇ ਨਾਲ ਗੈਂਗਸਟਰ ਸ਼ਬਦ ਯੂਜ਼ ਕਰਕੇ ਚੱਲ ਰਹੀ ਹੈ? ਦਰਅਸਲ ਭਾਈ ਸਾਹਿਬ ਅੱਜ ਕੱਲ੍ਹ ਪਤਾ ਕੀ ਚੱਕਰ ਹੈ, ਖਾੜਕੂ ਮੂਵਮੈਂਟ ਦੇ ਵਿੱਚ ਉਦੋਂ ਇੰਨਾ ਹਾਈਲਾਈਟ ਨਹੀਂ ਪੁਲਿਸ ਆਪਣਾ ਨਾ ਅਖਬਾਰ ਕਰਦੇ ਸੀਗੇ, ਨਾ ਹੀ ਮੀਡੀਆ ਕਰਦਾ ਸੀਗਾ। ਮੀਡੀਆ ਵੀ ਸੀਮਤ ਸੀ ਉਸ ਟਾਈਮ, ਇੰਨਾ ਹੈ ਨਹੀਂ ਸੀਗਾ। ਅਖਬਾਰਾਂ ਦੇ ਵੀ ਕੁਛ ਸਾਧਨ ਘੱਟੇ ਸੀਗੇ, 4 ਕੁ ਅਖਬਾਰ ਸੀਗੇ। ਅੱਜ ਕੱਲ੍ਹ ਜਿਹੜਾ ਇੱਕ ਕੋਈ ਨੌਜਵਾਨ ਹੈ ਨਾ, ਇਹਨੂੰ ਜਿਹੜਾ ਆਪਣਾ YouTube 'ਤੇ ਲਾ ਲਓ, ਇਸ ਤਰੀਕੇ ਨਾਲ ਸ਼ੋਅ ਕਰ ਦਿੰਦੇ ਨੇ ਕਿ ਕੋਈ ਨੌਜਵਾਨ ਵੀ ਕੁਛ ਇਸ ਚੜ੍ਹਦੀ ਉਮਰ ਦੇ ਵਿੱਚ ਆ ਕੇ ਇਸ ਪਾਸੇ ਪੈ ਜਾਂਦਾ ਗਾ। ਉਹਦੀ ਜਿਹੜੀ ਵਾਹ-ਵਾਹ 'ਚ ਕੁਛ ਜ਼ਿਆਦਾ ਹੀ ਬਣਾ ਦਿੰਦੇ ਆ ਹਵਾ। ਉਹ ਕਹਿਣ ਦਾ ਮਤਲਬ ਹਵਾ ਉਹਦੇ ਖਿਲਾਫ ਹੀ ਜਾਂਦੀ ਹੈ, ਫਿਰ ਉਹ ਪੁਲਿਸ ਨੂੰ ਗੋਲੀ ਦੇ ਸ਼ਿਕਾਰ ਬਣਾਉਂਦੀ ਹੈ, ਕਿਉਂਕਿ ਜਾਣ ਕੇ ਆਪ ਇਹ ਹਾਈਲਾਈਟ ਕਰਦੇ ਨੇ, ਇਹ ਆਪ ਹੀ ਉਹ ਨੌਜਵਾਨ ਨੂੰ ਉਲਝਾ ਲੈਂਦੇ ਆ। ਸੋ ਉੱਥੇ ਆ ਕੇ ਵਿਚਾਰੇ ਉਹ ਫਸ ਜਾਂਦੇ ਆ, 6 ਮਹੀਨੇ ਬਾਅਦ ਉਹਨੂੰ ਐਨਕਾਊਂਟਰ ਕਰ ਦਿੰਦੇ ਕਿਤੇ ਨਾ ਕਿਤੇ। ਪਰ ਇਹ ਮਾੜਾ ਰੁਝਾਨ ਹੈ ਸਾਡੇ ਨੌਜਵਾਨਾਂ ਪ੍ਰਤੀ, ਖਾਸ ਕਰਕੇ ਆਪਾਂ ਪਿੱਛੇ ਜੈਪੁਰ ਭੁੱਲਰ ਦਾ ਹੀ ਦੇਖ ਲਓ। ਸਪੋਰਟਸਮੈਨ ਸੀ ਇੱਕ ਦੋ ਕੰਮ ਚਲੋ ਉਹਨੇ ਕਰਤੇ ਮੁੰਡਿਆਂ ਨਾਲ ਰਹਿ ਕੇ, ਮੁੜ ਕੇ ਇਹੋ ਜਿਹਾ ਹਾਈਲਾਈਟ ਹੋਇਆ ਉਹ, ਅਤੇ ਅਖੀਰ 'ਚ ਗੋਲੀ ਨਾਲ ਮਰਨਾ ਪਿਆ ਉਹਨੂੰ, ਜਦੋਂ ਕਿ ਉਹਦਾ ਬਾਪ ਇੰਸਪੈਕਟਰ ਸੀਗਾ, ਹੈ ਨਾ। ਸੋ ਇਹੋ ਜਿਹੇ ਬਹੁਤ ਨੌਜਵਾਨ ਆ। ਕੁਲਵੀਰ ਨਰਵਾਣਾ ਪਿੱਛੇ ਮਾਰਿਆ ਹੈਗਾ, ਹੁਣ ਸਮਾਜ ਸੇਵੀ ਦੇ ਕੰਮ ਕਰਦਾ ਸੀਗਾ, ਉਹ ਨਾਲ ਦਾ ਜਿਹੜਾ 15 ਸਾਲ ਰਿਹਾ ਉਸੇ ਨੇ ਗੋਲੀ ਮਾਰਤੀ। ਸੋ ਆਹ ਗੱਲ ਗਲਤ ਹੈ ਜੀ ਬਹੁਤ ਜ਼ਿਆਦਾ ਨੌਜਵਾਨਾਂ ਪ੍ਰਤੀ। ਅੱਜ ਦਾ ਸਮਾਂ, ਮੌਜੂਦਾ ਗੱਲ ਕਰੀਏ, ਤੁਸੀਂ ਪਹਿਲਾਂ ਕਿਹਾ ਕਿ ਸੰਘਰਸ਼ ਦੇ ਵਿੱਚ, ਕਿਸਾਨੀ ਸੰਘਰਸ਼ ਦੇ ਵਿੱਚ ਸਾਲ ਤੋਂ ਜੁੜੇ ਹੋਏ ਹੋ। ਕਿਸਾਨੀ ਜਿਹੜਾ ਮਫਰਲ ਆ ਗਲ ਦੇ ਵਿੱਚ ਪਰਨਾ ਹੈ ਜਿਹੜਾ ਉਹ ਪਾਇਆ ਹੋਇਆ, ਬਿੱਲਾ ਵੀ ਮੈਨੂੰ ਦਿਖ ਰਿਹਾ। ਕਿਸਾਨ ਆਗੂਆਂ ਵੱਲੋਂ ਲਗਾਤਾਰ ਕਿਹਾ ਜਾਂਦਾ, ਸ਼ਾਂਤੀ ਦਾ ਹਵਾਲਾ ਦਿੱਤਾ ਜਾਂਦਾ ਕਿ ਸ਼ਾਂਤੀ ਰੱਖੋ, ਸ਼ਾਂਤੀ ਰੱਖੋ। ਧੜੇ ਦੋ ਨੇ, ਕਹਿੰਦੇ ਕਿ ਕਿੰਨਾ ਕੁ ਦੇਰ ਸ਼ਾਂਤੀ ਜਿਹੜੀ ਆ ਆਪਾਂ ਰੱਖ ਲਾਂਗੇ। 11 ਮਹੀਨੇ ਆਲਰੇਡੀ ਹੋ ਚੁੱਕੇ ਨੇ, ਗਰਮ ਮੂਵਮੈਂਟ ਦੇ ਵਿੱਚ ਰਹੇ ਹੋ, ਹਥਿਆਰ ਚੱਕੇ ਨੇ, ਕਿਸਾਨ ਆਗੂਆਂ ਦੇ ਨਾਲ ਕਿੰਨੀ ਕੁ ਸਹਿਮਤੀ? ਦੇਖੋ ਭਾਈ ਸਾਹਿਬ, ਸਹਿਮਤੀ ਤਾਂ ਮੇਰੀ ਹੈ ਨਹੀਂ ਬਿਲਕੁਲ ਇਹਨਾਂ ਦੇ ਨਾਲ। ਜਿਹੜਾ ਹੁਣ ਬਿਆਨ ਦਿੰਦੇ ਆ ਨਾ 26 ਜਨਵਰੀ ਨੂੰ ਜਿਹੜਾ ਬਿਆਨ ਦਿੱਤਾ, ਇਹ ਖਾਲਿਸਤਾਨੀ ਨੇ, ਪਿੱਛੇ ਹੋ ਜਾਓ, ਐਂ ਹੋ ਜਾਓ, ਐਂ ਕਦੇ ਮੂਵਮੈਂਟਾਂ ਨਹੀਂ ਚੱਲਦੀ ਹੁੰਦੀਆਂ। ਠੀਕ ਹੈ, ਹੁਣ
ਜਿਹੜੇ ਮੇਨ ਉੱਤੇ ਬੈਠੇ ਨੇ ਉਹ ਕਿਸ ਹਿਸਾਬ ਨਾਲ ਆਪਣਾ ਬਿਆਨ ਦੇ ਰਹੇ ਨੇ, ਇਹਦੇ ਨਾਲ ਆਪਾਂ ਨੂੰ ਕੁਛ ਨਹੀਂ। ਆਪਾਂ ਤਾਂ ਇੱਕ ਕਿਸਾਨੀ ਸੰਘਰਸ਼ ਦੇਖਣਾ, ਜਿਹੜਾ ਆਪਾਂ ਸ਼ੁਰੂ ਕੀਤਾ ਉਹਨੂੰ ਆਪਾਂ ਨੇ ਸਿਰੇ ਲਾਉਣਾ ਗਾ। ਹੁਣ ਜੇ ਆਪਾਂ ਇਹਨਾਂ ਤੋਂ ਰੁੱਸ ਕੇ ਬੈਠ ਕੇ ਘਰੇ ਬੈਠ ਗਏ ਐਂ ਟੁੱਟਦੇ ਟੁੱਟਦੇ ਆਪਾਂ ਸਾਰੇ ਟੁੱਟ ਜਾਵਾਂਗੇ, ਫਿਰ ਫਾਇਦਾ ਕੀ ਆ ਉਹਦਾ। ਕੱਲ੍ਹ ਨੂੰ ਫਿਰ ਜਿਹੜੀ BJP ਸਰਕਾਰ ਆ ਉਹ ਤਾਂ ਆਪਣੇ ਪਹਿਲਾਂ ਹੀ ਸਖਤ ਹੈ, ਉਹਨੇ ਹੋਰ ਸਖਤ ਹੋ ਜਾਣਾ ਵੀ ਜਦੋਂ ਆਪਾਂ ਉੱਥੋਂ ਉੱਠ ਕੇ ਆ ਗਏ ਸਾਰੇ। ਇਹਨਾਂ ਦੇ ਨਾਲ ਰਹੂਗਾ ਹੀ ਕੌਣ? ਇਹਨਾਂ ਨੇ ਗਲਤੀਆਂ ਤਾਂ ਬਹੁਤ ਕੀਤੀਆਂ ਨੇ, ਇੱਕ ਗਲਤੀ ਨਹੀਂ ਕੀਤੀ। 26 ਜਨਵਰੀ ਨੂੰ ਗਲਤੀ ਕੀਤੀ ਆ, ਹੁਣ ਕੱਲ੍ਹ ਜਿਹੜੀ ਨਿਹੰਗ ਸਿੰਘਾਂ ਨੇ ਕੀਤੀ ਉਹ ਵੀ ਗਲਤੀ ਇਹਨਾਂ ਦੀ ਬਹੁਤ ਵੱਡੀ। ਜਦੋਂ ਕਿ ਉਸ ਤਰੀਕੇ ਨਾਲ ਆਪਾਂ ਬਿਆਨ ਦੇ ਸਕਦੇ ਸੀਗੇ ਵੀ ਚਲੋ ਵੀ ਜੇ ਸਾਡੇ ਨਿਹੰਗਾਂ ਦਾ ਉਹ ਕੰਮ ਹੋ ਗਿਆ ਵੀ ਭਾਈ ਜਿਹਨਾਂ ਨੇ ਕੀਤਾ ਗ੍ਰਿਫਤਾਰੀ ਦਿਓ, ਕਾਨੂੰਨ ਆਪਣੇ ਹਿਸਾਬ ਨਾਲ ਉਹ ਕੰਮ ਕਰੂਗਾ। ਇਹਨਾਂ ਨੇ ਬਿਆਨੇ ਹੋਰ ਤਰੀਕੇ ਨਾਲ ਦੇ ਸਾਡੇ ਬੰਦੇ ਨਹੀਂ ਹੈਗੇ, ਇਹ ਨਹੀਂ ਹੈਗੇ, ਉਹ ਨਹੀਂ ਚਾਹੀਦਾ ਇਹੋ ਜਿਹਾ। ਸੋ ਦੁਖੀ ਤਾਂ ਹੁੰਦਾ ਮਨ ਇਹਨਾਂ ਤੋਂ ਵੀ ਯਾਰ ਕਰ ਕਿਹੜੇ ਪਾਸੇ ਨੂੰ ਜਾ ਰਹੇ ਨੇ, ਪਰ ਹੁਣ ਆਪਾਂ ਤਾਂ ਲੱਗੇ ਹੋਏ ਹਾਂ। ਮੇਰੀ ਇਹੀ ਆ ਗੱਲ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਨ ਦਾ ਉਸ ਨੌਜਵਾਨ ਦੇ ਉੱਪਰ, ਉਸ ਦੋਸ਼ੀ ਦੇ ਉੱਪਰ, ਲਖਵੀਰ ਸਿੰਘ ਸ਼ਾਇਦ ਨਾਮ ਆ, ਉਹਦੇ ਉੱਪਰ ਦੋਸ਼ ਲੱਗਦਾ। ਨਿਹੰਗ ਸਿੰਘਾਂ ਵੱਲੋਂ ਕਿਹਾ ਜਾਂਦਾ ਕਿ ਖਾਲਸਾ ਰਵਾਇਤਾਂ ਦੇ ਅਨੁਸਾਰ ਉਹਨਾਂ ਦਾ ਜਿਹੜਾ ਇਨਸਾਫ ਉਸ ਦੋਸ਼ੀ ਦੇ ਨਾਲ ਹੋ ਗਿਆ। ਕਿਸਾਨ ਜਥੇਬੰਦੀਆਂ ਨੇ ਪੱਲਾ ਝਾੜ ਲਿਆ ਕਿ ਉਸ ਦੇ ਨਾਲ ਸੰਬੰਧ ਸਾਡਾ ਕੋਈ ਨਹੀਂ। ਲੋਕਾਂ ਦੇ ਵਿੱਚ ਦੋ ਰਾਇਵਾਂ ਨੇ, ਕੁਝ ਕਹਿੰਦੇ ਕਿ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ ਦੋਸ਼ੀ ਨੂੰ, ਕੁਝ ਕਹਿੰਦੇ ਕਿ ਜੋ ਨਿਹੰਗ ਸਿੰਘ ਫੌਜ ਨੇ, ਜੋ ਖਾਲਸਾ ਫੌਜ ਨੇ ਕੀਤਾ ਉਹ ਸਹੀ ਕੀਤਾ। ਕੀ ਦੇਖੋ ਤੁਸੀਂ ਕੱਲ੍ਹ ਦਾ ਦੇਖ ਲਓ, YouTube 'ਤੇ ਦੇਖ ਲਓ, ਹੋਰ ਦੇਖ ਲਓ, 80% ਸਹਿਮਤੀ ਹੈ ਨਿਹੰਗਾਂ ਦੇ ਨਾਲ ਲੋਕਾਂ ਦੀ, ਵੀ ਉਹਨਾਂ ਨੇ ਜੋ ਕੀਤਾ ਸਹਿਮਤੀ ਨਾਲ ਕੀਤਾ, ਬਹੁਤ ਵਧੀਆ ਕੀਤਾ ਗਾ। 2015 ਤੋਂ ਬਾਅਦ ਦੇਖ ਲਓ ਕਿੰਨੀ ਬੇਅਦਬੀ ਹੋ ਗਈਆਂ, ਕਿਸੇ ਨੂੰ ਇਹ ਜਿਹਾ ਇਨਸਾਫ ਨਹੀਂ ਆ। ਜੇ ਇੱਕ ਅੱਧੇ ਨੂੰ ਪਹਿਲਾਂ ਇਨਸਾਫ ਮਿਲ ਜਾਂਦਾ ਨਾ, ਹੁਣ ਨੂੰ ਕੋਈ ਬੇਅਦਬੀ ਨਾ ਹੁੰਦੀ। ਜਿਹੜੀਆਂ ਨਿਹੰਗਾਂ ਨੇ ਕੀਤੀ ਹੈ ਨਾ ਬੇਅਦਬੀ ਦਾ, ਮਤਲਬ ਕਿ ਉਸੇ ਟਾਈਮ ਮੌਕੇ 'ਤੇ ਬੰਦੇ ਦਾ ਨਿਪਟਾਰਾ ਕਰਤਾ, ਇਹ ਬਹੁਤ ਹੀ ਚੜ੍ਹਦੀ ਕਲਾ ਦਾ ਸਬੂਤ ਹੈ। ਅੱਗੇ ਨੂੰ ਹੁਣ ਇਹ ਬਹੁਤ ਜ਼ਿਆਦਾ ਘਟ ਜਾਣਗੀਆਂ। ਨਹੀਂ ਪੁਲਿਸ ਕੀ ਕਰਦੀ ਸੀਗੀ, ਜੇ ਉਹ ਫੜ ਕੇ ਉਹਨੂੰ ਦੇ ਦਿੰਦੇ ਪੁਲਿਸ ਨੂੰ, ਉਹਨੇ ਕਹਿਣਾ ਸੀ ਤਾਂ ਪਾਗਲ ਹੈ, ਮਹੀਨੇ ਬਾਅਦ ਉਹਨੇ ਬਾਹਰ ਆ ਜਾਣਾ ਸੀਗਾ। ਕਾਨੂੰਨ ਇਹ ਜਿਹੀ ਸਜ਼ਾ ਦਿੰਦਾ ਨਹੀਂ। 295 'ਚ ਕੀ ਆ, ਕੁਛ ਵੀ ਨਹੀਂ ਹੈਗਾ। ਹਾਂ, ਉਹ ਸਜ਼ਾ ਤਾਂ ਉਹਦੇ ਹਿਸਾਬ ਨਾਲ ਹੋਣੀ ਚਾਹੀਦੀ, ਜਾਂ ਤਾਂ ਇਹਦੀ ਸਜ਼ਾ ਪੰਜਾਬ ਸਰਕਾਰ ਕੋਈ ਇਹੋ ਜਿਹੀ ਕਰੇ ਵੀ ਜਿਵੇਂ ਕੈਨੇਡਾ ਜਾਂ ਸ਼ਾਇਦ ਕੀਤੀ ਹੋਈ, ਵੀ ਜੇ ਕਿਸੇ ਸਿੱਖ ਦੀ ਪੱਗ ਤਾਰਤੀ 10 ਸਾਲ ਸਜ਼ਾ, ਹੈ ਨਾ, ਇਹੋ ਜਿਹੀ ਸਜ਼ਾ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ, ਪੰਜਾਬ ਸਰਕਾਰ ਨੂੰ, ਵੀ ਜਿਹਨੇ ਐਕਸ਼ਨ ਜਿਹੜੇ ਨੇ ਐਕਸ਼ਨ ਉਹ ਸਰਕਾਰ ਵੱਲੋਂ ਹੋਊਗਾ, ਫੇਰ ਕੰਮ ਰੁਕੂਗਾ ਇਹ। ਨਹੀਂ ਤਾਂ ਜੋ ਕੁਛ ਆ ਨਿਹੰਗਾਂ ਨੇ ਕੀਤਾ, ਮੈਂ ਤਾਂ ਕਹਿੰਦਾ ਬਹੁਤ ਵਧੀਆ ਕੀਤਾ, ਹਰੇਕ ਨੂੰ ਕਰਨਾ ਵੀ ਐਂ ਚਾਹੀਦਾ ਗਾ। ਮੈਂ ਤਾਂ ਖੁਦ ਇਹਦੇ ਹੱਕ 'ਚ ਹਾਂ। ਅੱਜ ਕੱਲ੍ਹ ਦੀ ਸਿੱਖ ਜਵਾਨੀ, ਲਾਸਟ ਸਵਾਲ ਆ ਮੇਰਾ ਤੁਹਾਨੂੰ, ਬਿਲਕੁਲ ਅੱਜ ਕੱਲ੍ਹ ਦੀ ਸਿੱਖ ਜਵਾਨੀ ਜਿਹੜੀ ਆ, ਕਹਿੰਦੇ ਨੇ ਕਿ ਗੁਰੂ ਤੋਂ ਬੇਮੁਖ ਹੁੰਦੀ ਜਾ ਰਹੀ ਆ ਕਿਤੇ ਨਾ ਕਿਤੇ, ਕਿ ਆਪਣੇ ਬਜ਼ੁਰਗਾਂ ਦੀਆਂ ਪਾਈਆਂ ਕੁਰਬਾਨੀਆਂ ਤੋਂ ਜਿਹੜਾ ਦੂਰ ਭੱਜਦੇ ਜਾ ਰਹੇ ਨੇ। ਬਲਜੀਤ ਸਿੰਘ ਭਾਊ ਨੇ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਕੋਈ ਸੁਨੇਹਾ ਲਾਉਣਾ ਹੋਵੇ, ਉਹਨਾਂ ਨੂੰ ਕੁਝ ਕਹਿਣਾ ਹੋਵੇ। ਦੇਖੋ ਮੈਂ ਤਾਂ ਭਾਈ ਸਾਹਿਬ ਇਹੀ ਕਹਾਂਗਾ ਵੀ ਤਕਰੀਬਨ ਹਰੇਕ ਨੂੰ ਗੁਰਸਿੱਖ ਆਪਣਾ ਜਿਹੜਾ ਧਰਮ ਹੈ ਉਹਦੇ 'ਚ ਕੱਟੜ ਹੋਣਾ ਚਾਹੀਦਾ ਗਾ। ਮੰਨਦੇ ਹਾਂ ਤੁਹਾਡੀ ਵੀ ਅੱਜ ਕੱਲ੍ਹ ਨੌਜਵਾਨੀ ਇਸ ਪਾਸੇ ਜਾ ਰਹੀ ਆ। ਚਲੋ ਟਾਈਮ ਪਾ ਕੇ ਜਦੋਂ ਬੰਦਾ ਵਿਆਹਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਅਕਲ ਆ ਜਾਂਦੀ ਹੈ ਵੀ ਚਲੋ ਹੁਣ ਮੇਰੇ ਬੱਚੇ ਹੋ ਗਏ, ਫਿਰ ਉਹ ਜ਼ਰੂਰ ਸਰਦਾਰ ਬਣਦਾ ਗਾ। ਜੇ ਉਸ ਤੋਂ ਪਹਿਲਾਂ ਬਣ ਜੇ ਤਾਂ ਸਰ ਬਹੁਤ ਹੀ ਵਧੀਆ ਗੱਲ ਹੈ। ਵੈਸੇ ਅੱਜ ਕੱਲ੍ਹ ਮੈਂ ਦੇਖਿਆ ਗਾ ਨੌਜਵਾਨ, ਪਹਿਲਾਂ ਮੈਂ ਤੁਹਾਨੂੰ ਆਪਣੇ ਟਾਈਮ ਦੀ ਗੱਲ ਦੱਸਦਾ, 95 ਤੱਕ ਜੀ, ਉਦੋਂ ਅਸੀਂ ਯੂਨੀਵਰਸਿਟੀ 'ਚ ਦੇਖਦੇ ਸੀਗੇ, ਤਕਰੀਬਨ ਕਾਲਜਾਂ 'ਚ ਸਾਰੇ ਮੁੰਡੇ ਮੋਨੇ ਘੋਨੇ ਹੁੰਦੇ ਸੀਗੇ, ਅਸੀਂ 4 ਪੱਗਾਂ ਵਾਲੇ ਹੁੰਦੇ ਸੀਗੇ, ਦਾੜੀਆਂ ਵਾਲੇ ਅਸੀਂ 2 ਸੀਗੇ। ਉਸ ਟਾਈਮ ਇਹੋ ਜਿਹਾ ਫਿਰ ਦੁਬਾਰੇ ਇਹੋ ਜਿਹਾ ਚੱਲਿਆ ਸਨ 95 ਤੋਂ ਬਾਅਦ, ਵੀ ਕੋਈ ਗਾਤਰੇ ਵਾਲਾ ਦਿਸਣ ਲੱਗ ਪਿਆ ਯੂਨੀਵਰਸਿਟੀਆਂ 'ਚ। ਹੁਣ ਚਲੋ ਐਂ ਵੀ ਕੁਛ ਕਲਾਕਾਰਾਂ ਨੇ ਇਹੋ ਜਿਹੀ ਹਿੰਮਤ ਕੀਤੀ ਹੈ, ਜਿਹੜੇ ਕਿ ਜਵਾਨੀ ਦਾ ਰੋਲ ਮਾਡਲ ਕਹੇ ਜਾਂਦੇ ਆ। ਪੱਗਾਂ ਬੰਨ੍ਹਣ ਲਾਤੇ ਮੁੰਡੇ, ਹੈ ਨਾ, ਦਾੜੀਆਂ ਵਧੀਆ ਬੰਨ੍ਹਣ ਲਾਤੇ। ਇਹ ਬਹੁਤ ਹੀ ਚੜ੍ਹਦੀ ਕਲਾ ਨਾਲ ਸੁਨੇਹਾ ਅੱਗੇ ਕਿ ਹੁਣ ਮੁੰਡੇ ਬਹੁਤ ਜ਼ਿਆਦਾ ਪੱਗਾਂ ਬੰਨ੍ਹਣੀ ਸ਼ੁਰੂ ਕਰ ਚੁੱਕੇ ਨੇ, ਆਪਣੇ ਵਿਰਸੇ ਭੁਲਾ ਰਹੇ ਨੇਗੇ। ਚੰਗੀ ਗੱਲ ਹੈ ਵੀ ਇਹ ਵਿਚਾਰੇ ਆਪਣਾ ਧਰਮ ਪ੍ਰਤੀ ਵੀ ਆ ਜਾਣਾ, ਅਮਰ ਛਕ ਕੇ ਗੁਰੂ ਵਾਲੇ ਬਣਨ। ਸੋ ਮੇਰੀ ਤਾਂ ਇਹੀ ਬੇਨਤੀ ਆ ਅਖੀਰ 'ਚ ਵੀ ਆਪਣੇ ਗੁਰੂ ਦੇ ਲੜ ਲੱਗੋ। ਆਪਣੀ ਹੀ ਸਿੱਖੀ ਪ੍ਰਤੀ ਜੇ ਤੁਸੀਂ ਕੱਟੜ ਹੋਵੋਗੇ ਤਾਂ ਆਪੇ ਤੁਹਾਨੂੰ ਕੋਈ ਨਾ ਕੋਈ ਇਨਸਾਫ ਮਿਲੂਗਾ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਇਹ ਸਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਭਾਊ, ਜਿਹੜੇ ਬੱਬਰ ਖਾਲਸਾ ਜਥੇਬੰਦੀ ਦੇ ਵਿੱਚ ਏਰੀਆ ਕਮਾਂਡਰ ਦੇ ਤੌਰ 'ਤੇ ਕਹਿੰਦੇ ਨੇ ਕਿ ਸੇਵਾ ਕਰਦੇ ਰਹੇ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਗਏ ਸਿੱਖ ਕੌਮ ਵੱਲੋਂ ਭਾਈ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਕਾਫੀ ਨੇੜੇ ਰਹੇ ਨੇ। ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਵਿਸਥਾਰਪੂਰਵਕ ਦੱਸਿਆ ਕਿ ਆਖਰ ਉਸ ਸਮੇਂ ਦੇ ਹਾਲਾਤ ਕਿਹੋ ਜਿਹੇ ਬਣ ਗਏ ਕਿ ਬਲਜੀਤ ਸਿੰਘ ਭਾਊ ਵਰਗੇ ਪੋਸਟ ਗ੍ਰੈਜੂਏਟ ਇਨਸਾਨ ਨੂੰ ਆਪਣੀ ਸਰਕਾਰ ਦੇ ਖਿਲਾਫ ਜਿਹੜਾ ਹਥਿਆਰ ਚੱਕ ਕੇ ਹਥਿਆਰਬੰਦ ਸੰਘਰਸ਼ ਜਿਹੜਾ ਕਰਨਾ ਪੈ ਗਿਆ। ਲੋੜ ਆ ਸਮੇਂ ਦੀਆਂ ਸਰਕਾਰਾਂ ਨੂੰ ਇਹ ਗੱਲ ਸੋਚਣ ਦੀ ਕਿ ਜਿਹੜੇ ਨੌਜਵਾਨ ਪਹਿਲਾਂ ਖਾੜਕੂ ਲਹਿਰ ਦੇ ਵੱਲ ਜਾਂਦੇ ਸੀ, ਅੱਜ ਕੱਲ੍ਹ ਉਹੀ ਨੌਜਵਾਨ ਜਿਹੜਾ ਗੈਂਗਸਟਰਪਣੇ ਦੇ ਵੱਲ
ज़्यादा तो ज़्यादा जा रहे हैं, ਜਾਂ ਵੀ ਉਹ ਨੌਜਵਾਨ ਰਹੇ ਨੇ ਜਿਹੜੇ ਵੱਡੀਆਂ ਸਪੋਰਟਸ ਦੇ ਵਿੱਚ ਵੱਡੀਆਂ ਮੱਲਾਂ ਜਿਹੜੀਆਂ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਜਾ ਰਹੇ, ਜਿਹੜੀਆਂ ਮਾਰੀਆਂ ਨੇ। ਸੋਚਣ ਵਾਲੀ ਗੱਲ ਆ ਕਿ ਆਪਣੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕਮੀ ਜਿਹੜੀ ਆ ਕਿੱਥੇ ਰਹਿ ਰਹੀ ਆ, ਕਿੱਥੇ ਸਾਡੀਆਂ ਸਰਕਾਰਾਂ ਤੋਂ ਗਲਤੀ ਹੋ ਰਹੀ ਆ ਕਿ ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇ ਇਸ ਰਸਤੇ ਚੱਲ ਰਹੇ ਨੇ। ਆਸ ਕਰਦੇ ਹਾਂ ਭਾਈ ਸਾਹਿਬ ਦੇ ਨਾਲ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਊਗੀ। ਕਿਸੇ ਹੋਰ ਮਾਣਮੱਤੀ ਸ਼ਖਸੀਅਤ ਦੇ ਨਾਲ ਤੁਹਾਡੇ ਤੱਕ ਬਹੁਤ ਜਲਦੀ ਪਹੁੰਚਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਪ੍ਰਾਈਡ ਪੰਜਾਬ TV ਦੇਖਦੇ ਰਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।